श्री नानक अंगद गुरु अमरदास पगबंद रामदास अर्जन गुरु बर श्री हरगोबिंद हरि राय हर कृष्ण गुर तेग बहादुर चंद दसवें गोबिंद सिंह गुर नमो चरण अरबिंद जिसमें है अमृत ज्ञान है माणक भगत बैराग श्री गुरु ग्रंथ साहिब उदद बंदों कर अनुराग सतगुर मम बेरी कटहो निज बेरी परचार एह बेरी होए भाव सफल बिन बेरी कर पार श्री गुर शब्द कमाए जिन जीते पंच विकार तेन समतन को बंदना सिर चरणन पर तार एक अंकार सतगुरु तेह प्रसाद सच होए वाहे गुरु जी की फतेह विघ्न विनाशन हो सोए एक अंकार सतगुरु तेह प्रसाद सच होए वाहे गुरु जी की फतेह विघ्न विनाशन सोए। सतनाम श्री वाहिगुरु साहिब जी दोहरा सुन सिखन के बचन को संशय सुन्यो विशाल कृपा दृष्ट ते देख कर बोले गुरु कृपाल सुन सिखन के बचन को संशय सुन्यो विशाल कृपा दृष्ट ते देख कर बोले गुरु कृपाल। सच्चे पातशाह गरीब नवाज मेहरबान दयालु कृपालु दीन दुनिया दे मालक चवर छतर तखत दे मालक समरथ गुरु परतख गुरु दीन दयाल कृपाल अंतरजामी पूरन पार ब्रह्म परमेश्वर वाहिगुरु अकाल पुरख सबरूप सच्चे पातशाह दासां गरीबां सिखां सेवकां दे उत्ते सदा किरपा करन वाले दया करन वाले रहमतां करन वाले बख्शिशां करन वाले धन धन अंतरजामी सच्चे पातशाह गरीब नवाज धन धन सतगुरु श्री गुरु ग्रंथ साहिब जी महाराज धन धन श्री गुरु ग्रंथ साहिब जी महाराज। बड़े ही प्यार दे नाल सारियां सिख संगतां दोवें हथ जोड़ के गज के कहो जी धन धन श्री गुरु ग्रंथ साहिब जी महाराज। धन सतगुरु जी दी महान पवित्र पावन हाजरी विच सज के बैठे होए हो। गुरबाणी जी दा पाठ हुक्मनामा आप जी ने सरवण कीता है। कुछ समा आपां सारिਆਂ ने सच्चे पातशाह जी दे पवित्र इतिहास दे नाल जुड़ना है। दोवें हथ जोड़ के प्यार सत्कार नाल गज के सारी संगत फतेह बुलाओ। वाहिगुरु जी का खालसा वाहिगुरु जी की फतेह। गोइंदवाल साहब जी दी पवित्र धरती है। गोइंदवाल साहब जी विखे धन गुरु अमरदास साहब सच्चे पातशाह दुनिया दे उत्ते रहमतां बरसा रहे हैं किरपा कर रहे हैं। महाराज जी की हजूरी विच हज़ारां सिख संगतां आउंदियां ने। बड़े वड्डे पद्धर ते बौली साहब जी की सेवा चल रही है। जिथे गुरु जी की हजूरी विच बेअंत संगतां पहुँचदियां ने उत्थे महाराज जी की हजूरी विच लंगर बड़ा वड्डा लगा जी। बड़ी वड्डी गिणती विच गुरु घर विच लंगर पकदा है। गुरु साहब जी का हुक्म है
ਕੋਈ ਪ੍ਰੇਮੀ ਆਪਣੇ ਘਰ ਵਿੱਚ ਪ੍ਰਸ਼ਾਦਾ ਨਾ ਤਿਆਰ ਕਰੇ, ਇੱਥੇ ਛਕੇ ਆ ਕੇ। ਬੜਾ ਵੱਡਾ ਤੀਰਥ ਬਣ ਰਿਹਾ। ਉਸ ਸਮੇਂ ਗੁਰੂ ਜੀ ਦੀਆਂ ਦੋਵੇਂ ਬੱਚੀਆਂ, ਉਹਨਾਂ ਦੇ ਪਤੀ ਪਰਮੇਸ਼ਰ ਵੱਡੇ ਵਾਹਿਗੁਰੂ ਭੈਣ ਜੀ ਦਾ ਨਾਮ ਹੈ ਬੀਬੀ ਦਾਨੀ ਜੀ, ਛੋਟਿਆਂ ਦਾ ਨਾਮ ਹੈ ਬੀਬੀ ਭਾਨੀ ਜੀ। ਬੀਬੀ ਦਾਨੀ ਜੀ ਦਾ ਜਿਹੜੇ ਪਤੀ ਪਰਮੇਸ਼ਰ ਨੇ, ਉਹਨਾਂ ਦੇ ਪਤੀ ਨੇ, ਉਹਨਾਂ ਦਾ ਨਾਮ ਹੈ ਬਾਬਾ ਰਾਮਾ ਜੀ, ਤੇ ਬੀਬੀ ਭਾਨੀ ਜੀ ਦੇ ਪਤੀ ਦਾ ਨਾਮ ਹੈ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ। ਅਜੇ ਗੁਰਤਾ ਗੱਦੀ ਨਹੀਂ ਪ੍ਰਾਪਤ ਹੋਈ। ਸਿੱਖ ਸੰਗਤਾਂ ਰਾਮਦਾਸ ਕਹਿੰਦੀਆਂ ਨੇ। ਦੋ ਗੁਰੂ ਅਮਰਦਾਸ ਜੀ ਦੇ ਪੁੱਤਰ ਨੇ। ਇੱਕ ਪੁੱਤਰ ਦਾ ਨਾਮ ਹੈ ਬਾਬਾ ਮੋਹਰੀ ਜੀ, ਇੱਕ ਪੁੱਤਰ ਦਾ ਨਾਮ ਹੈ ਬਾਬਾ ਮੋਹਨ ਜੀ। ਬਾਬਾ ਮੋਹਨ ਜੀ ਵੱਡੇ ਪੁੱਤਰ ਨੇ, ਮਸਤ ਸੁਭਾਅ ਦੇ ਮਾਲਕ ਨੇ। ਬਾਬਾ ਮੋਹਰੀ ਜੀ ਸੰਸਾਰੀ ਬਿਰਤੀ ਦੇ ਮਾਲਕ ਨੇ। ਦੋਵੇਂ ਜਵਾਈ ਬੌਲੀ ਸਾਹਿਬ ਜੀ ਦੀ ਸੇਵਾ ਕਰ ਰਹੇ ਹੈ, ਤੇ ਸਿੱਖ ਸੰਗਤਾਂ ਮਨ ਵਿੱਚ ਵਿਚਾਰ ਕਰਦੀਆਂ ਨੇ, ਮਹਾਰਾਜ ਗੁਰਤਾ ਗੱਦੀ ਕਿਹਨੂੰ ਦੇਣਗੇ, ਮਹਾਰਾਜ ਕਿਹਦੇ ਤੇ ਬਖਸ਼ਿਸ਼ ਕਰਨਗੇ। ਆਮ ਲੋਕ ਆਪਸ ਵਿੱਚ ਕਿਆਸ ਲਾਉਣ ਲੱਗ ਪੈਂਦੇ ਆ। ਸੰਗਤਾਂ ਇਹ ਗੱਲ ਸੋਚਦੀਆਂ ਵੀ ਗੁਰਤਾ ਗੱਦੀ ਕਿਹਨੂੰ ਮਿਲੇਗੀ। ਬਾਬਾ ਰਾਮਾ ਜੀ ਵੀ ਪੂਰੇ ਮਨੋਂ ਤਨੋਂ ਸੇਵਾ ਕਰਦੇ ਆ। ਜਵਾਈ ਪੁਣੇ ਦਾ ਹੰਕਾਰ ਛੱਡ ਕੇ ਸੇਵਾ ਕਰਦੇ ਆ। ਉਧਰ ਰਾਮਦਾਸ ਜੀ ਵੀ ਬੜੇ ਨਿਮਰਤਾ ਦੇ ਨਾਲ ਸੇਵਾ ਕਰਦੇ ਆ। ਗੱਲਾਂ ਪਹਿਲਾਂ ਮਨਾਂ ਵਿੱਚ ਸਨ ਪ੍ਰੇਮੀਆਂ ਦੇ, ਹੌਲੀ ਹੌਲੀ ਗੱਲਾਂ ਜਿਹੜੀਆਂ ਉਹ ਇੱਕ ਦੂਜੇ ਦੇ ਨਾਲ ਸ਼ੁਰੂ ਹੋ ਗਈਆਂ ਜੀ। ਲੋਕ ਇੱਕ ਦੂਜੇ ਨਾਲ ਗੱਲਾਂ ਕਰਦੇ ਆ, ਮਹਾਰਾਜ ਗੁਰਤਾ ਗੱਦੀ ਕਿਹਨੂੰ ਦੇਣਗੇ। ਕੁਝ ਲੋਕ ਜਿਹੜੇ ਆ ਉਹ ਬਾਬਾ ਰਾਮਾ ਜੀ ਦੇ ਪੱਖ ਦੀ ਗੱਲ ਕਰਦੇ ਵੀ ਵੱਡੇ ਜਵਾਈ ਹੈ, ਹੋ ਸਕਦਾ ਮਹਾਰਾਜ ਇਹਨਾਂ ਨੂੰ ਗੁਰਤਾ ਗੱਦੀ ਦੇ ਦੇਣਾ। ਪਰ ਗੁਰੂ ਘਰ ਦੇ ਜਿਹੜੇ ਪੁਰਾਤਨ ਸਿੱਖ ਹੈ ਨਾ, ਬਾਬਾ ਬੁੱਢਾ ਸਾਹਿਬ ਜੀ ਜੈਸੇ ਹੋਰ ਗੁਰਸਿੱਖ ਜਿਹੜੇ ਪੁਰਾਣੇ ਨੇ, ਸਿਆਣੇ ਨੇ, ਵੱਡੇ ਨੇ, ਉਹ ਇਹ ਕਹਿੰਦੇ ਆ ਵੀ ਗੁਰਤਾ ਗੱਦੀ ਮਹਾਰਾਜ ਰਾਮਦਾਸ ਜੀ ਨੂੰ ਦੇਣਗੇ। ਕਿਉਂ? ਇਹ ਵੱਡੀ ਪਦਵੀ ਵਾਸਤੇ ਨਾ ਮਨੁੱਖ ਵਿੱਚ ਸਹਿਣਸ਼ੀਲਤਾ ਹੋਣੀ ਬੜੀ ਜ਼ਰੂਰੀ ਹੈ ਜੀ। ਜਿਹੜੇ ਬੰਦੇ ਵਿੱਚ ਸਹਿਣਸ਼ੀਲਤਾ ਨਹੀਂ ਹੈਗੀ ਜੀ, ਜੇ ਉਹ ਵੱਡੀ ਪਦਵੀ 'ਤੇ ਪਹੁੰਚ ਵੀ ਗਿਆ ਨਾ ਜੀ, ਉਹ ਛੇਤੀ ਹੇਠਾਂ ਡਿੱਗ ਜਾਏਗਾ ਜੀ। ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ, ਉਹਨਾਂ ਦੇ ਵਿੱਚ ਬਚਪਨ ਤੋਂ ਹੀ ਸਹਿਣਸ਼ੀਲਤਾ ਬੜੀ ਹੈ। ਖਿਮਾ, ਦੂਜੇ ਨੂੰ ਮਾਫ ਕਰਨ ਦਾ ਗੁਣ ਹੈਗਾ ਜੀ। ਬੰਦਾ ਨਿੱਕੀ ਨਿੱਕੀ ਗੱਲ ਫੜ ਕੇ ਬੈਠਾ ਰਹਿੰਦਾ ਜੀ। ਉਹ ਨਿੱਕੀ ਨਿੱਕੀ ਗੱਲ ਫੜ ਕੇ ਜਦੋਂ ਬੈਠ ਜਾਂਦਾ, ਆਪ ਵੀ ਦੁਖੀ ਹੁੰਦਾ ਰਹਿੰਦਾ ਜੀ, ਦੂਜਿਆਂ ਨੂੰ ਵੀ ਦੁਖੀ ਕਰਦਾ ਜੀ। ਐਸਾ ਜਿਹੜਾ ਸੁਭਾਅ ਹੈ ਉਹ ਫਿਰ ਬੰਦੇ ਦੀ ਤਰੱਕੀ ਨਹੀਂ ਹੋਣ ਦਿੰਦਾ ਜੀ। ਮਹਾਰਾਜ ਜੀ ਜਾਣਦੇ ਹੈ, ਗੁਰੂ ਰਾਮਦਾਸ ਜੀ ਦੇ ਵਿੱਚ ਦੈਵੀ ਗੁਣ ਬੜੇ ਹੈ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਦੈਵੀ ਗੁਣ ਕਿਹੜੇ ਕੀ ਹੁੰਦੇ ਆ ਜੀ? ਸੰਤੋਖ ਹੋਣਾ, ਸੱਚ ਬੋਲਣਾ, ਪ੍ਰੇਮ ਵਾਲਾ ਜੀਵਨ ਹੋਣਾ, ਜਤੀ ਸਤੀ ਹੋਣਾ, ਏਕਾ ਨਾਰੀ ਜਤੀ ਹੋਏ, ਪ੍ਰੇਮ ਵਾਲਾ ਭਾਵ ਹੋਣਾ, ਸਹਿਨਸ਼ੀਲ ਹੋਣਾ, ਖਿਮਾ ਕਰਨਾ, ਹੌਸਲਾ ਜੀਵਨ ਵਿੱਚ ਹੋਣਾ, ਇਹ ਦੈਵੀ ਗੁਣ ਨੇ ਜੀ। ਇੱਕ ਹੁੰਦੇ ਅਸੁਰੀ ਗੁਣ। ਅਸੁਰੀ ਗੁਣ ਕਿਹੜੇ ਹੁੰਦੇ? ਛੇਤੀ ਕਾਹਲੇ ਪੈ ਜਾਣਾ, ਗੁੱਸੇ ਦੇ ਵਿੱਚ ਰਹਿਣਾ, ਦਬਕੇ ਮਾਰਦੇ ਰਹਿਣਾ, ਤੇ ਕਿਸੇ ਦੀ ਗੱਲ ਨਾ ਸਹਾਰਨੀ, ਪ੍ਰੇਮ ਭਾਵ ਨਾ ਹੋਣਾ, ਬਾਣੀ ਨਾ ਪੜ੍ਹਨੀ, ਕਾਮੀ ਹੋਣਾ, ਲਾਲਚ ਹੋਣਾ, ਇਹ ਅਸੁਰੀ ਗੁਣ ਹੈ ਜੀ। ਇਹ ਜਿਹੜੇ ਬੰਦੇ ਆ ਨਾ ਜੀ ਅਸੁਰੀ ਗੁਣਾਂ ਵਾਲੇ, ਔਗੁਣਾਂ ਵਾਲੇ, ਉਹ ਬੰਦੇ ਪ੍ਰਾਪਤੀ ਨਹੀਂ ਕਰਦੇ ਜੀ। ਗੁਰੂ ਘਰ ਵਿੱਚ ਕੀ ਹੈ? ਖਿਮਾ ਹੈ, ਸਤ ਹੈ, ਸੰਤੋਖ ਹੈ, ਧੀਰਜ ਹੈ, ਸ਼ਾਂਤੀ ਹੈ, ਵਾਹਿਗੁਰੂ ਜੀ ਦਾ ਨਾਮ ਹੈ, ਸੇਵਾ ਹੈ। ਜਿਸ ਬੰਦੇ ਦੇ ਵਿੱਚ ਗੁਣ ਹੋਣਗੇ ਨਾ ਜੀ, ਉਸ ਬੰਦੇ ਦਾ ਜੀਵਨ ਸਵਰਗ ਹੋਏਗਾ ਜੀ। ਉਹਦਾ ਜੀਵਨ ਸਵਰਗ ਹੈ। ਸੰਗਤਾਂ ਆਪਸ ਵਿੱਚ ਗੱਲਬਾਤ ਕਰਦੇ ਕਰਦੇ ਗੱਲ ਵੱਧ ਗਈ। ਗੁਰਤਾ ਗੱਦੀ ਕਿਹਨੂੰ ਮਿਲੇਗੀ? ਕਰਦਿਆਂ ਕਰਦਿਆਂ ਪ੍ਰੇਮੀਆਂ ਨੇ ਆਖਿਆ ਵੀ ਹੁਣ ਸਾਡੀ ਗੱਲਬਾਤ ਜ਼ਿਆਦਾ ਵੱਧ ਗਈ ਹੈ, ਇਹ ਗੱਲ ਹੁਣ ਆਪਾਂ ਗੁਰੂ ਅਮਰਦਾਸ ਜੀ ਦੇ ਨਾਲ ਕਰਨੀ ਹੈ। ਗੱਜ ਕੇ ਆਖੋ ਵਾਹਿਗੁਰੂ। ਉਹ ਹੁਣ ਗੱਲ ਗੁਰੂ ਅਮਰਦਾਸ ਸਾਹਿਬ ਤੱਕ ਪਹੁੰਚ ਗਈ ਹੈ ਵੀ ਮਹਾਰਾਜ ਗੁਰਤਾ ਵੱਡੇ ਜਵਾਈ ਨੂੰ ਮਿਲਣੀ ਜਾਂ ਛੋਟੇ ਨੂੰ ਮਿਲਣੀ ਹੈ।
ਤੇ ਗੁਰੂ ਸਾਹਿਬ ਨੇ ਮੁੱਖੋਂ ਨਹੀਂ ਉੱਤਰ ਦੇਣਾ ਜੀ। ਗੁਰੂ ਸਾਹਿਬ ਨੇ ਕਰਕੇ ਵਿਖਾਉਣਾ, ਕਿਸੇ ਦੇ ਮਨ 'ਚ ਕਿੰਤੂ ਰਹਿ ਹੀ ਨਾ ਜਾਵੇ। ਮਹਾਰਾਜ ਨੇ ਐਸਾ ਕਾਰਜ ਕਰਨਾ ਜੀ। ਸੋ ਹੁਣ ਗੁਰੂ ਘਰ ਦੀ ਜਿਵੇਂ ਕਥਾ ਆ ਰਹੀ ਹੈ, ਉਹ ਆਪਾਂ ਬੜੇ ਪਿਆਰ ਦੇ ਨਾਲ ਸਾਰੀ ਸੰਗਤ ਨੇ ਸਰਵਣ ਕਰਨੀ ਹੈ। ਦੋਵੇਂ ਹੱਥ ਜੋੜ ਕੇ ਪਿਆਰ ਨਾਲ ਕਹੋ, ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸੁਨ ਸਿੱਖਨ ਕੇ ਬਚਨ ਕੋ ਸੰਸੈ ਸੁਨਿਓ ਵਿਸਾਲ। ਮਹਾਰਾਜ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਬੈਠੇ ਐ, ਸਤਿਗੁਰੂ ਜੀ ਦੇ ਕੋਲ ਸਿੱਖ ਆਏ ਐ। ਉਹਨਾਂ ਨੇ ਇਹ ਸਾਰੀ ਬੇਨਤੀ ਮਹਾਰਾਜ ਦੇ ਚਰਨਾਂ 'ਚ ਕੀਤੀ। ਮਹਾਰਾਜ ਤੁਹਾਡੀ ਜ਼ਿਆਦਾ ਕਿਰਤ ਤੇ ਕਿਰਪਾ ਹੈ। ਜਦੋਂ ਮਹਾਰਾਜ ਨੇ ਉਹਨਾਂ ਦੀ ਗੱਲ ਸੁਣੀ, ਗੁਰੂ ਸਾਹਿਬ ਨੇ ਵਿਚਾਰਿਆ, ਸਿੱਖਾਂ ਦੇ ਮਨਾਂ 'ਚ ਸ਼ੰਕਾ ਪੈਦਾ ਹੋ ਗਿਆ। ਹਾਂਜੀ, ਕਿਰਪਾ ਦ੍ਰਿਸ਼ਟ ਤੇ ਦੇਖ ਕਰ ਬੋਲੇ ਗੁਰੂ ਕਿਰਪਾਲ। ਮਹਾਰਾਜ ਕਿਰਪਾ ਦ੍ਰਿਸ਼ਟੀ ਕਰਕੇ ਸਿੱਖ ਸੰਗਤਾਂ ਵੱਲ ਵੇਖਦੇ ਐ, ਬਚਨ ਕਰਦੇ ਐ। ਹੁਣ ਜਿਹੜੇ ਬਚਨ ਕਰਨ ਲੱਗੇ ਨਾ ਮਹਾਰਾਜ, ਉਹ ਬਚਨ ਬੜੇ ਪ੍ਰੇਮ ਨਾਲ ਸੁਣਿਓ, ਔਰ ਉਹਨਾਂ ਵਿੱਚੋਂ ਵੇਖਿਓ ਵੀ ਅਸੀਂ ਕਿਹੜੀ ਕੈਟਾਗਰੀ ਵਿੱਚ ਹੈਗੇ ਆ, ਅਸੀਂ ਕਿਹੋ ਜਿਹੇ ਆ। ਹਾਂਜੀ, ਚੌਪਈ ਜਗ ਕੇ ਬਿਖੈ ਏਕ ਨਰ ਨੇਮੀ। ਮਹਾਰਾਜ ਕਹਿਣ ਲੱਗੇ, ਪਿਆਰਿਓ, ਜਗਤ ਵਿੱਚ ਕੁਝ ਲੋਕ ਜਿਹੜੇ ਉਹ ਨੇਮੀ ਹੁੰਦੇ ਆ ਜੀ। ਉਹ ਨੇਮ ਦੇ ਨਾਲ, ਬੜੇ ਨੇਮ ਨਾਲ ਆਉਂਦੇ ਆ। ਹਾਂਜੀ, ਨੇਮ ਨਿਬਾਹਤ ਚਾਹਤ ਛੇਮੀ। ਉਹ ਮਰਿਆਦਾ ਵਿੱਚ ਪੂਰੇ ਹੁੰਦੇ ਆ, ਨੇਮ ਵਿੱਚ ਪੂਰੇ ਹੁੰਦੇ ਆ, ਤੇ ਆਪਣੇ ਨੇਮ ਕਰਕੇ ਸੋਚਦੇ ਆ ਵੀ ਰੱਬ ਸਾਡੇ ਤੇ ਖੁਸ਼ ਹੋ ਜਾਵੇ, ਸਾਡਾ ਨੇਮ ਵੇਖ ਕੇ ਤੇ ਸਾਡੀ ਮੁਕਤੀ ਕਰ ਦੇਵੇ ਜੀ। ਗੱਜ ਕੇ ਆਖੋ ਵਾਹਿਗੁਰੂ। ਹੁਣ ਪਹਿਲਾਂ ਮੈਂ ਬੇਨਤੀ ਕਰਦਿਆਂ, ਜੇ ਆਪਾਂ ਸੱਚ ਪੁੱਛੀਏ ਨਾ, ਇਮਾਨਦਾਰੀ ਨਾਲ ਗੱਲ ਕਰੀਏ, ਤੇ ਆਪਣੇ ਚੋਂ ਤੇ ਨੇਮੀ ਵੀ ਨਹੀਂ ਹੋਣਗੇ ਜੀ। ਨੇਮੀ ਹੋਣਾ ਕਿਹੜਾ ਸੌਖਾ ਹੈਗਾ ਜੀ। ਐਨ ਸਹੀ ਸਮੇਂ ਤੇ ਨਿਤਨੇਮ ਕਰਨਾ, ਆਪਣੇ ਚੋਂ ਬਹੁਤੇ ਵੀ ਨਹੀਂ ਹੋਣਗੇ ਜੀ। ਨੇਮ ਦੇ ਨਾਲ ਬਾਣੀ ਪੜ੍ਹਨੀ ਬੜੀ ਵੱਡੀ ਗੱਲ ਹੈ, ਬੜੀ ਵੱਡੀ ਗੱਲ ਹੈ। ਮਹਾਰਾਜ ਕਹਿੰਦੇ ਕੁਝ ਬੰਦੇ ਨੇਮੀ ਹੁੰਦੇ ਆ, ਨੇਮੀ, ਇੱਕ ਕੰਮ ਨੇਮ ਨਾਲ ਕਰਨਾ। ਹਾਂਜੀ, ਇੱਕ ਪ੍ਰੇਮੀ ਨਰ ਨੇਮ ਬਹੀਨਾ। ਗੱਜ ਕੇ ਆਖੋ ਵਾਹਿਗੁਰੂ। ਇੱਕ ਪ੍ਰੇਮ ਵਾਲੇ ਹੁੰਦੇ ਆ, ਉਹ ਨੇਮ ਤੇ ਨਹੀਂ ਕਰਦੇ, ਪਰ ਉਹਨਾਂ ਦੇ ਹਿਰਦੇ 'ਚ ਪ੍ਰੇਮ ਹੁੰਦਾ ਜੀ। ਹਾਂਜੀ, ਰੈਣ ਦਿਵਸ ਏਕੈ ਲਵਲੀਨਾ। ਹੁਣ ਬੜੇ ਧਿਆਨ ਨਾਲ ਸੁਣਿਓ, ਨੇਮ ਕਰਨ ਵਾਲਾ ਜਿਹੜਾ ਬੰਦਾ ਹੈ, ਉਹ ਤੇ 2 ਘੰਟੇ ਦਾ ਨੇਮ ਕਰ ਲੇਗਾ, 2 ਘੰਟੇ ਬਾਣੀ ਪੜ੍ਹ ਲੇਗਾ। ਪਰ ਮਹਾਰਾਜ ਕਹਿੰਦੇ ਜਿਹੜੇ ਪ੍ਰੇਮ ਵਾਲੇ ਹੁੰਦੇ ਨਾ ਜੀ, ਉਹਨਾਂ ਘੰਟੇ ਤੇ ਨਹੀਂ ਬੱਧੇ ਹੁੰਦੇ, ਪਰ ਉਹ ਦਿਨ ਰਾਤ ਹੀ ਲੀਨ ਰਹਿੰਦੇ ਜੀ। ਦਿਨ ਰਾਤ ਇੱਕ ਰਸ ਰਹਿੰਦੇ ਜੀ ਉਹ। ਹਾਂਜੀ, ਇੱਥੇ ਬੰਦਾ 2 ਪਾਠ ਕਰਕੇ ਸਮਝਦਾ ਮੈਂ ਬੜਾ ਨਿਤਨੇਮੀ ਆ, ਇਹ ਨਹੀਂ ਪਤਾ ਸੰਗਤ ਵਿੱਚ ਉਹ ਵੀ ਪਿਆਰੇ ਜੁੜੇ ਹੋਏ ਬੈਠੇ ਹੁੰਦੇ ਆ, ਜਿਹੜੇ ਦਿਨ ਰਾਤ ਅੰਦਰੇ ਅੰਦਰ ਵਾਹਿਗੁਰੂ 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 ਜਪਦੇ ਰਹਿੰਦੇ ਜੀ। ਮਹਾਰਾਜ ਕਹਿੰਦੇ ਇੱਕ ਪ੍ਰੇਮੀ ਹੁੰਦੇ ਆ, ਪ੍ਰੇਮੀ ਦਿਨ ਰਾਤ ਹੀ ਲੱਗੇ ਰਹਿੰਦੇ ਜੀ। ਹਾਂਜੀ, ਪ੍ਰੇਮ ਪ੍ਰਵਾਹ ਵਧੈ ਨਿਤ ਜਿਨ ਕੇ। ਫਿਰ ਉਹਨਾਂ ਦੇ ਦਿਲ ਵਿੱਚ ਪ੍ਰੇਮ ਘਟਦਾ ਨਹੀਂ ਹੈ ਜੀ, ਉਹਨਾਂ ਦੇ ਦਿਲ 'ਚ ਪਿਆਰ ਵੱਧਦਾ ਜਾਂਦਾ ਜੀ। ਆਏ ਦਿਨ ਪਿਆਰ ਵੱਧਦਾ ਜਾਂਦਾ ਜੀ। ਨੇਮੀ ਵਾਸਤੇ ਉਹਦਾ ਨੇਮ ਬੋਝ ਵੀ ਹੋ ਜਾਂਦਾ ਜੀ। ਉਹ ਕਹਿੰਦਾ ਯਾਰਾ ਕਰਨਾ ਹੀ ਪੈਣਾ, ਰੋਜ਼ ਕਰਦੇ ਹਾਂ ਆਪਾਂ। ਹਾਂਜੀ, ਕਈ ਨਿਤਨੇਮ ਨੂੰ ਬੋਝ ਮੰਨ ਕੇ ਵੀ ਕਰਦੇ ਜੀ, ਮਹਾਰਾਜ ਦਾ ਹੁਕਮ ਹੈਗਾ ਜੀ। ਹਾਂਜੀ, ਕਈ ਚਾਅ ਨਾਲ ਕਰਦੇ ਆ, ਪ੍ਰੇਮ ਨਾਲ ਕਰਦੇ ਆ। ਮਹਾਰਾਜ ਕਹਿੰਦੇ ਪ੍ਰੇਮ ਵਾਲਿਆਂ ਦਾ ਨਾ, ਪ੍ਰੇਮ ਜਿਹੜਾ ਉਹ ਵੱਧਦਾ ਜਾਂਦਾ ਜੀ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ, ਵਸੀ ਹੋਤ ਪੁਰਖੋਤਮ ਤਿਨ ਕੇ। ਫਿਰ ਹੌਲੀ ਹੌਲੀ ਕੀ ਹੈ, ਉਹ ਜਿਹਦੇ ਨਾਲ ਪ੍ਰੇਮ ਕਰਦੇ ਆ ਨਾ, ਉਹ ਪ੍ਰੇਮ ਵਾਲਾ ਪਰਮੇਸ਼ਰ ਜਿਹੜਾ ਉਹਨਾਂ ਦੇ ਵਸ ਵਿੱਚ ਹੋ ਜਾਂਦਾ ਜੀ। ਧਿਆਨ ਨਾਲ ਸੁਣਿਓ,
ਨੇਮ ਵਾਲਿਆਂ ਦੀ ਇੱਛਾ ਪੂਰੀ ਹੋ ਜਾਂਦੀ ਜੀ, ਕੋਈ ਸ਼ੱਕ ਨਹੀਂ ਹੈਗਾ ਜੀ। ਤੁਸੀਂ ਨੇਮ ਰੱਖੋ, ਹਰ ਰੋਜ਼ ਨੇਮ ਰੱਖੋ, ਮੈਂ 2 ਸਾਲ ਇੰਨੀ ਬਾਣੀ ਪੜ੍ਹਨੀ, ਜਿਹੜੀ ਇੱਛਾ ਕਹੋਗੇ ਪੂਰੀ ਹੋਏਗੀ ਜੀ, 100% ਪੂਰੀ ਹੋ ਜਾਏਗੀ ਜੀ। ਨੇਮ ਵਾਲਿਆਂ ਦੀ ਇੱਛਾ ਪੂਰੀ ਹੋ ਜਾਂਦੀ ਹੈ। ਪਰ ਪਿਆਰਿਓ, ਜਿਹੜੇ ਪ੍ਰੇਮ ਨਾਲ ਨਾਮ ਜਪਦੇ ਉਹਨਾਂ ਨੂੰ ਰੱਬ ਹੀ ਮਿਲ ਪੈਂਦਾ ਜੀ। ਹੁਣ ਫਰਕ ਬੜਾ ਜੀ। ਇੱਕ ਪ੍ਰੇਮ ਵਾਲਾ, ਉਹਨੂੰ ਸਿੱਧਾ ਰੱਬ ਹੀ ਮਿਲ ਗਿਆ ਜੀ, ਤੇ ਜਿਹਨੂੰ ਰੱਬ ਹੀ ਮਿਲ ਗਿਆ ਉਹ ਤੇ ਕਮੀ ਰਹਿ ਗਈ ਜੀ ਕਿਸੇ ਗੱਲ ਦੀ ਜੀ। ਹਾਂਜੀ। ਬਿਨਾ ਪ੍ਰੇਮ ਸਿਮਰਨ ਅਰ ਸੇਵਾ, ਜਿਸ ਸੇਵਾ ਸਿਮਰਨ ਵਿੱਚ ਪ੍ਰੇਮ ਨਹੀਂ ਹੈਗਾ ਜੀ, ਪਿਆਰ ਨਹੀਂ ਹੈਗਾ ਜੀ, ਫਲ ਕੁਛ ਥੋਰ ਹੋਏ ਲਖ ਏਵਾ। ਫਲ ਤੇ ਮਿਲੇਗਾ, ਪਰ ਗੁਰੂ ਅਮਰਦਾਸ ਸਾਹਿਬ ਕਹਿੰਦੇ ਥੋੜਾ ਫਲ ਮਿਲੇਗਾ ਜੀ। ਐਸੀ ਗੱਲ ਨਹੀਂ ਹੈ 2 ਘੰਟੇ ਲਾ ਕੇ ਵਾਹਿਗੁਰੂ ਵਾਹਿਗੁਰੂ ਬੋਲ ਰਿਹਾ, ਫਲ ਤੇ ਮਿਲੇਗਾ, ਪਰ ਥੋੜਾ ਫਲ ਮਿਲੇਗਾ, ਬਹੁਤਾ ਨਹੀਂ ਮਿਲੇਗਾ ਜੀ, ਬਹੁਤ ਥੋੜਾ ਫਲ ਮਿਲੇਗਾ। ਹਾਂਜੀ। ਇਨ ਦੋਨੋਂ ਮਹਿ ਪਰਖੋ ਪ੍ਰੇਮ। ਮਹਾਰਾਜ ਕਹਿੰਦੇ ਅਸੀਂ ਵੇਖ ਲੈਨੇ ਆ ਰਾਮਦਾਸ ਜੀ ਵਿੱਚ ਜਾਂ ਰਾਮਾ ਜੀ ਦੇ ਵਿੱਚ ਪ੍ਰੇਮ ਕਿਹਦੇ ਵਿੱਚ ਹੈਗਾ, ਗੱਜ ਕੇ ਆਖੋ ਵਾਹ। ਪ੍ਰੇਮ ਕਿਹਦੇ ਵਿੱਚ ਹੈਗਾ। ਰਾਜਾ ਗਿਆ ਬਾਹਰ ਜੀ, ਸਭ ਰਾਣੀਆਂ ਨੇ ਜਦੋਂ ਬਾਹਰ ਗਿਆ, ਜਿੱਤ ਗਿਆ, ਚਿੱਠੀਆਂ ਲਿਖੀਆਂ, ਮੇਰੇ ਵਾਸਤੇ ਆਹ ਲੈ ਕੇ ਆਓ, ਮੇਰੇ ਵਾਸਤੇ ਆਹ ਲੈ ਕੇ ਆਓ, ਮੇਰੇ ਵਾਸਤੇ ਆਹ ਲੈ ਕੇ ਆਓ। ਵਜ਼ੀਰ ਵੱਡੀ ਰਾਣੀ ਨੂੰ ਕਹਿੰਦਾ ਤੂੰ ਵੀ ਲਿਖ ਦੇ। ਵੱਡੀ ਰਾਣੀ ਕਹਿੰਦੀ ਲਿਖ ਦਿੰਦੀ ਆ, ਸਵੇਰੇ ਲਈ ਚਿੱਠੀ, ਮੇਰੇ ਕੋਲ ਸਵੇਰੇ ਲੈ ਲਈ। ਵੱਡੀ ਰਾਣੀ ਸਾਰੀ ਰਾਤ ਸੋਚਦੀ ਰਹੀ, ਤੇ ਉਹਨੇ ਕਾਗਜ਼ ਤੇ ਨਾ ਸਾ ਲਿਖ ਦਿੱਤਾ ਜੀ, ਬਸ ਸੱਸਾ, ਸੱਸੇ ਨੂੰ ਕੰਨਾ, ਕੀ ਬਣ ਗਿਆ ਸਾ। ਰਾਜੇ ਨੇ ਸਾਰਿਆਂ ਦੀਆਂ ਚਿੱਠੀਆਂ ਪੜ੍ਹੀਆਂ, ਤੇ ਵੱਡੀ ਰਾਣੀ ਦੀ ਜਦੋਂ ਪੜ੍ਹੀ ਤੇ ਸਾ ਲਿਖਿਆ ਸੀਗਾ। ਉਹ ਰਾਜਾ ਬੜਾ ਹੈਰਾਨ ਹੋਇਆ ਵੀ ਮੈਂ ਸਾ ਕੀ ਖਰੀਦਾਂ ਬਾਜ਼ਾਰ ਵਿੱਚੋਂ। ਰਾਜਾ ਵਜ਼ੀਰ ਨੂੰ ਪੁੱਛਦਾ ਹੈ, ਵਜ਼ੀਰ ਕਹਿੰਦਾ ਹੈ ਰਾਣੀ ਨੇ ਇੱਕ ਰਾਤ ਲਾਈ ਸੀਗੀ ਸਾ ਲਿਖਣ ਵਾਸਤੇ, ਤੇ ਮੈਨੂੰ ਹੁਣ ਇੱਕ ਰਾਤ ਚਾਹੀਦੀ ਹੈ ਸਾ ਦੀ ਗੱਲ ਸਮਝਣ ਵਾਸਤੇ ਵੀ ਲਿਖਿਆ ਕੀ, ਪ੍ਰੇਮ ਦੀ ਗੱਲ ਹੈ, ਮੈਨੂੰ ਵੀ ਰਾਤ ਚਾਹੀਦੀ ਹੈ। ਗੱਜ ਕੇ ਆਖੋ ਵਾਹ। ਵਜ਼ੀਰ ਬੈਠਾ ਰਾਤ ਨੂੰ ਚਿੱਠੀ ਲੈ ਗਿਆ, ਦੀਵਾ ਜਗਨ ਦਿਆ, ਉਹ ਇਸ ਤਰ੍ਹਾਂ ਵੇਖਣ ਦਿਆ ਜੀ। ਤਾਂ ਉਹ ਜਦੋਂ ਇਸ ਤਰ੍ਹਾਂ ਚਿੱਠੀ ਵੇਖੇ ਨਾ ਜੀ, ਤਾਂ ਤੇ ਉਹਨੂੰ ਚਿੱਠੀ ਤੇ ਤੁਪਕੇ ਡਿੱਗੇ ਹੋਏ ਵਿਖੇ ਜੀ। ਉਹ ਤੁਪਕੇ ਕਿਤੇ ਸਨ, ਉਹ ਰਾਣੀ ਦੇ ਹੰਝੂਆਂ ਦੇ ਸਨ ਜੀ। ਤੇ ਫਿਰ ਉਹਨੇ ਵੇਖਿਆ ਵੀ ਲਾਲ ਰੰਗ ਦਾ ਸਾ ਲਿਖਿਆ, ਉਹਨੇ ਚਿੱਠੀ ਫੋਲਡ ਕਰਤੀ ਜੀ। ਦਿਨੇ ਰਾਜਾ ਕਹਿੰਦਾ ਲੱਗ ਗਿਆ ਪਤਾ ਵੱਡੀ ਰਾਣੀ ਨੇ ਕੀ ਮੰਗਿਆ। ਕਹਿੰਦਾ ਜੀ ਹਾਂ, ਵੱਡੀ ਰਾਣੀ ਬਾਰੇ ਵੀ ਪਤਾ ਲੱਗ ਗਿਆ ਤੇ ਛੋਟੀਆਂ ਬਾਰੇ ਵੀ ਪਤਾ ਲੱਗ ਗਿਆ। ਉਹ ਕਹਿੰਦਾ ਕੀ, ਕਹਿੰਦਾ ਸੁਣ ਲਓ, ਛੋਟੀਆਂ ਨੂੰ ਚੀਜ਼ਾਂ ਚਾਹੀਦੀਆਂ, ਉਹਨਾਂ ਚੀਜ਼ਾਂ ਲਿਖ ਦਿੱਤੀਆਂ ਵੀ ਆਹ ਲੈ ਆਇਓ, ਆਹ ਲੈ ਆਇਓ। ਵੱਡੀ ਰਾਣੀ ਨੇ ਸਾ ਨਹੀਂ ਲਿਖਿਆ, ਇਕੱਲਾ ਸਾ ਲਾਲ ਰੰਗ ਦਾ ਲਿਖਿਆ। ਜੇ ਜਦੋਂ ਲਾਲ ਤੇ ਸਾ ਇਕੱਠਾ ਹੋ ਜੇ ਨਾ, ਫਿਰ ਉਹਨੂੰ ਕਹਿੰਦੇ ਲਾਲ ਸਾ। ਗੱਜ ਕੇ ਆਖੋ ਵਾਹਿਗੁਰੂ। ਤੇ ਲਾਲਸਾ ਕੀ ਹੁੰਦਾ? ਲਾਲਸਾ ਹੁੰਦੀ ਇੱਛਾ, ਚਾਹਤ। ਉਤੋਂ ਇਹਦੇ ਉੱਤੇ ਹੰਝੂ ਡਿੱਗੇ ਆ, ਕਹਿਣ ਲੱਗਾ ਇਹਦਾ ਭਾਵ ਪਤਾ ਕੀ ਹੈ? ਵੱਡੀ ਰਾਣੀ ਨੂੰ ਕਿਸੇ ਚੀਜ਼ ਦਾ ਮੋਹ ਨਹੀਂ ਹੈਗਾ, ਉਹਨੂੰ ਤੇ ਤੁਹਾਡੀ ਲਾਲਸਾ ਹੈਗੀ ਹੈ, ਉਹਨੂੰ ਤੁਸੀਂ ਚਾਹੀਦੇ ਹੋ। ਗੱਜ ਕੇ ਆਖੋ ਵਾਹਿਗੁਰੂ। ਰਾਜਾ ਗਿਆ ਆਪਣੇ ਰਾਜ 'ਚ, ਸਾਰੀਆਂ ਰਾਣੀਆਂ ਕੋਲ ਚੀਜ਼ਾਂ ਪਹੁੰਚ ਗਈਆਂ ਤੇ ਵੱਡੀ ਰਾਣੀ ਕੋਲ ਰਾਜਾ ਪਹੁੰਚ ਗਿਆ ਜੀ। ਤੇ ਜਿਹਦੇ ਕੋਲ ਰਾਜਾ ਹੀ ਚਲੇ ਗਿਆ ਉੱਥੇ ਚੀਜ਼ਾਂ ਦੀ ਕਮੀ ਰਹਿ ਗਈ ਜੀ ਕੋਈ? ਨੇਮ ਕਰਨ ਵਾਲਿਆਂ ਦੀ ਮੰਗ ਪੂਰੀ ਹੁੰਦੀ ਤੇ ਪ੍ਰੇਮ ਵਾਲਿਆਂ ਨੂੰ ਗੁਰੂ ਨਾਨਕ ਸਾਹਿਬ ਆਪ ਹੀ ਮਿਲ ਪੈਂਦੇ ਆ। ਮਹਾਰਾਜ ਕਹਿੰਦੇ ਅਸੀਂ ਪਰਖ ਲੈਂਦੇ ਦੋਵਾਂ ਚੋਂ ਕਿਹਦੇ ਵਿੱਚ ਜ਼ਿਆਦਾ ਪ੍ਰੇਮ ਹੈ।
ਹਾਂਜੀ ਤਾਰ ਤਮ ਜਿਮ ਤਿਮ ਲਹਿ ਸ਼ੇਮ ਪ੍ਰਭ ਬਸ ਹੋਤ ਪ੍ਰੇਮ ਲਖ ਘਨੋ ਹਾਂਜੀ। ਅੰਗ ਸੰਗ ਰਹਿ ਨਿਤ ਹਿਤ ਸਨੋ। ਰੱਬ ਤੇ ਪ੍ਰੇਮ ਦੇ ਵਸ ਵਿੱਚ ਹੈਗਾ, ਮਹਾਰਾਜ ਕਹਿਣ ਲੱਗੇ। ਆਮ ਬੰਦਾ ਪ੍ਰੇਮ ਦੇ ਵਸ ਵਿੱਚ ਹੈਗਾ ਜੀ, ਜਿਹੜਾ ਸਾਡੇ ਨਾਲ ਪਿਆਰ ਕਰੇ ਬੰਦਾ ਉਹਦੇ ਵੱਲ ਜਾਂਦਾ ਜੀ। ਰੱਬ ਤੇ ਪ੍ਰੇਮ ਦੇ ਵਸ ਹੈ, ਵੇਖ ਲੈਨੇ ਮਹਾਰਾਜ ਕਹਿੰਦੇ। ਹਾਂਜੀ ਪਰਖੇ ਜਾਏ ਨਾ ਜੇ ਤੁਮ ਪਾਸੀ ਜਿਨ ਕੇ ਹਿਰਦੇ ਪ੍ਰੇਮ ਅਬਿਨਾਸ਼ੀ। ਹੁਣ ਮਹਾਰਾਜ ਕਹਿੰਦੇ ਤੁਸੀਂ ਦੱਸੋ ਦੋਵਾਂ ਵਿੱਚੋਂ ਪ੍ਰੇਮ ਕਿਹਦੇ ਮਨ 'ਚ ਹੈ ਜ਼ਿਆਦਾ। ਪ੍ਰੇਮੀ ਕਹਿੰਦੇ ਮਹਾਰਾਜ ਸਾਨੂੰ ਨਹੀਂ ਪਤਾ। ਤੇ ਧੰਨ ਗੁਰੂ ਅਮਰਦਾਸ ਸਾਹਿਬ ਕਹਿਣ ਲੱਗੇ ਤਉ ਹਮ ਪਰਖ ਦੇਹ ਤੁਮ ਤਾਈ ਰਾਖੋ ਗੋਪ ਨਾ ਕਰੋ ਕਦਾਈ। ਜੇ ਤੁਹਾਡੇ ਕੋਲੋਂ ਨਹੀਂ ਪ੍ਰੇਮ ਪਰਖਿਆ ਜਾਂਦਾ, ਮਹਾਰਾਜ ਕਹਿੰਦੇ ਅਸੀਂ ਪ੍ਰੇਮ ਪਰਖ ਦਿੰਨੇ ਆ, ਗੱਜ ਕੇ ਆਖੋ ਵਾਹਿਗੁਰੂ। ਪਰ ਗੱਲ ਗੁਪਤ ਰੱਖਿਓ, ਮਹਾਰਾਜ ਕਹਿੰਦੇ। ਹਾਂਜੀ ਸਿੱਖਨ ਕੇ ਸੰਦੇਹ ਬਿਨਾਸ਼ਨ। ਉਹ ਸਿੱਖਾਂ ਦਾ ਜਿਹੜਾ ਸ਼ੱਕ ਸੀਗਾ ਉਹ ਨਾਸ਼ ਕਰਨ ਵਾਸਤੇ ਨਿਜ ਪਾਸ਼ੇ ਥਾਪਨ ਸਿੰਘਾਸਨ। ਤੇ ਆਪਣੇ ਪਿੱਛੋਂ ਗੁਰਤਾ ਗੱਦੀ ਦੇਣ ਵਾਸਤੇ ਪਰਖਨ ਹਿਤ ਸ਼੍ਰੀ ਸਤਿਗੁਰ ਪੂਰੇ। ਤੇ ਨਾਲੇ ਪਰਖ ਕਰਨ ਵਾਸਤੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ। ਹਾਂਜੀ ਜੁਗਲ ਹਕਾਰਨ ਕਰੇ ਹਦੂਰੇ। ਦੋਵੇਂ ਹੀ ਜਵਾਈ ਸੱਦ ਲਏ ਆਪਣੇ, ਗੱਜ ਕੇ ਆਖੋ ਵਾਹਿਗੁਰੂ। ਬਾਬਾ ਰਾਮਾ ਜੀ ਤੇ ਸ਼੍ਰੀ ਰਾਮਦਾਸ ਜੀ ਦੋਵਾਂ ਨੂੰ ਸੱਦ ਲਿਆ ਜੀ, ਦੋਵੇਂ ਆ ਗਏ ਜੀ। ਹਾਂ ਰਾਮਾ ਰਾਮਦਾਸ ਤਬ ਆਏ ਪਾਸ ਬਾਪਿਕਾ ਗੁਰੂ ਸਿਧਾਏ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਆਓ ਬਾਹਰ ਬੌੜੀ ਸਾਹਿਬ ਦਾ ਕੰਮ ਚੱਲ ਰਿਹਾ, ਵੇਖ ਕੇ ਆਈਏ, ਸੇਵਾ ਚੱਲ ਰਹੀ ਹੈ। ਮਹਾਰਾਜ ਦੋਵਾਂ ਜਵਾਈਆਂ ਨੂੰ ਪਿੱਛੇ ਪਿੱਛੇ ਲੈ ਗਏ ਜੀ ਆਪਣੇ। ਹਾਂਜੀ ਲਏ ਲਸ਼ਟਕਾ ਹਾਥ ਮਜਾਰੀ। ਤੇ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਹੱਥ ਵਿੱਚ ਸੋਟੀ ਫੜੀ ਹੋਈ ਹੈ ਜੀ। ਬੜੇ ਸੋਹਣੇ ਲੱਗ ਰਹੇ ਹੋ ਮਹਾਰਾਜ। ਹਾਂਜੀ ਬਿਰਧ ਅਵਸਥਾ ਤਨ ਮਹਿ ਭਾਰੀ। ਤੇ ਅਵਸਥਾ ਬਜ਼ੁਰਗੀ ਦੀ ਹੈ, ਹੌਲੀ ਹੌਲੀ ਮਹਾਰਾਜ ਤੁਰ ਰਹੇ ਹੈ, ਹੱਥ ਵਿੱਚ ਸੋਟੀ ਫੜੀ ਹੋਈ ਹੈ। ਹਾਂਜੀ ਖਰੇ ਹੋਏ ਅਵਲੋਕਿਓ ਥਾਨ। ਮਹਾਰਾਜ ਸੱਚੇ ਪਾਤਸ਼ਾਹ ਖਲੋ ਗਏ ਜੀ, ਜਿੱਥੇ ਬੌਲੀ ਸਾਹਿਬ ਹੈ ਨਾ ਉਹਦੇ ਲਾਗੇ ਖਲੋ ਗਏ ਆ ਕੇ। ਹਾਂਜੀ ਰਾਮੇ ਸੋ ਤਬ ਕੀਨ ਬਖਾਨ। ਤੇ ਮਹਾਰਾਜ ਸੱਚੇ ਪਾਤਸ਼ਾਹ ਬਾਬਾ ਰਾਮਾ ਜੀ ਨੂੰ ਕਹਿਣ ਲੱਗੇ, ਪਹਿਲਾਂ ਵੱਡੇ ਜਵਾਈ ਨੂੰ ਆਖਿਆ ਆਪਣੇ। ਹਾਂਜੀ ਇਹਾਂ ਹਮਾਰੇ ਬੈਠਨ ਕਾਰਨ ਰੁਚਿਰ ਬੇਦ ਕਾ ਕਰੋ ਸੁਧਾਰਨ। ਸੱਚੇ ਪਾਤਸ਼ਾਹ ਕਹਿਣ ਲੱਗੇ ਰਾਮਾ ਜੀ ਨੂੰ, ਰਾਮਾ ਇੱਥੇ ਸਾਡੇ ਬਹਿਣ ਵਾਸਤੇ ਥੜਾ ਬਣਾਓ ਇੱਕ, ਗੱਜ ਕੇ ਆਖੋ ਵਾਹਿਗੁਰੂ। ਬੜਾ ਸੋਹਣਾ ਥੜਾ ਹੋਣਾ ਚਾਹੀਦਾ ਹੈ। ਹਾਂਜੀ ਇਮ ਕਹਿ ਸਤਿਗੁਰ ਕਰੀ ਲਕੀਰ। ਬਾਬਾ ਰਾਮਾ ਜੀ ਕਹਿੰਦੇ ਮਹਾਰਾਜ 7 ਬਚਨ। ਮਹਾਰਾਜ ਨੇ ਲਕੀਰ ਖਿੱਚ ਦਿੱਤੀ ਜੀ ਉਸੇ ਸੋਟੀ ਨਾਲ। ਹਾਂਜੀ ਇਸ ਬਿਦ ਚਿਨਵਾਵੋ ਥਲ ਥੀਰ। ਦੱਸਿਆ ਵੀ ਇਹਦੇ ਅੰਦਰ ਅੰਦਰ ਇੰਨਾ ਉੱਚਾ ਥੜਾ ਬਣਾਉਣਾ ਮਹਾਰਾਜ ਨੇ ਦੱਸ ਦਿੱਤਾ ਜੀ। ਹਾਂਜੀ ਬਾਹਰੋਂ ਦਿਸ਼ਾ ਦੂਸਰੀ ਗਏ। ਫਿਰ ਮਹਾਰਾਜ ਦੂਸਰੇ ਪਾਸੇ ਚਲੇ ਗਏ ਜੀ। ਹਾਂਜੀ ਤਿਹ ਸਥਾਨ ਪਿਕ ਠੰਡੇ ਭਏ। ਉੱਥੇ ਖਲੋ ਗਏ ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਜੀ। ਰਾਮਦਾਸ ਕੀ ਦਿਸ਼ਾ ਨਿਹਾਰਾ। ਤੇ ਮਹਾਰਾਜ ਗੁਰੂ ਰਾਮਦਾਸ ਜੀ ਵੱਲ ਵੇਖਦੇ ਐ, ਗੱਜ ਕੇ ਆਖੋ ਵਾਹਿਗੁਰੂ। ਤੇ ਰਾਮਦਾਸ ਜੀ ਬੜੀ ਨਿਮਰਤਾ ਨਾਲ ਖਲੋਤੇ। ਪਿਆਰਿਓ, ਪਿਆਰ ਵਾਲਿਆਂ ਦੀਆਂ ਖੇਡਾਂ ਵੱਖਰੀਆਂ ਹੁੰਦੀਆਂ ਜੀ। ਉਹਨਾਂ ਦੇ ਖਲੋਣ ਦਾ, ਬੈਠਣ ਦਾ, ਉੱਠਣ ਦਾ ਤਰੀਕਾ ਜਿਹੜਾ ਉਹ ਡਰ ਭਾਵਨਾ ਵਾਲਾ ਹੁੰਦਾ ਜੀ। ਹਾਂਜੀ ਕਰਨ ਕਾਰ ਕੋ ਗੁਰੂ ਉਚਾਰਾ। ਮਹਾਰਾਜ ਜੀ ਨੇ ਰਾਮਦਾਸ ਜੀ ਨੂੰ ਵੀ ਆਖਿਆ ਜੀ। ਹਾਂਜੀ ਇਸ ਦੇਸ਼ਨ ਬੈਠਨ ਹੇਤ ਹਮਾਰੇ। ਮਹਾਰਾਜ ਕਹਿਣ ਲੱਗੇ ਰਾਮਦਾਸ ਜੀ ਇਸ ਪਾਸੇ ਸਾਡੇ ਬੈਠਣ ਵਾਸਤੇ ਹਾਂਜੀ ਥੜੀ ਬਣਾਵੋ ਰੁਚਿਰ ਪ੍ਰਕਾਰੇ। ਇੱਕ ਥੜਾ ਬਣਾਵੋ, ਗੱਜ ਕੇ ਆਖੋ ਵਾਹਿਗੁਰੂ। ਬੜਾ ਵਧੀਆ ਥੜਾ ਬਣਾਓ, ਮਹਾਰਾਜ ਕਹਿਣ ਲੱਗੇ। ਹਾਂਜੀ ਕਰ ਲਕੀਰ ਕੋ ਤਿਸੈ ਬਤਾਇਓ। ਲਕੀਰ ਖਿੱਚਤੀ ਮਹਾਰਾਜ ਨੇ, ਜਿਵੇਂ ਰਾਮਾ ਜੀ ਨੂੰ ਲਕੀਰਾਂ ਖਿੱਚ ਕੇ ਦਸੀਆਂ ਉਵੇਂ ਮਹਾਰਾਜ ਨੇ ਰਾਮਦਾਸ ਜੀ ਨੂੰ ਵੀ ਦੱਸ ਦਿੱਤੀਆਂ ਜੀ। ਹਾਂਜੀ ਇਸ ਬਿਦ ਕਹਿ ਕਰ ਤੁਮ ਚਿਨਵਾਵੋ। ਹਾਂਜੀ ਇਸ ਪਰ ਬੈਠੇ ਪ੍ਰਾਤਾ ਕਾਲ। ਮਹਾਰਾਜ ਕਹਿਣ ਲੱਗੇ ਇਹਦੇ ਤੇ ਸਵੇਰੇ ਬੈਠਿਆ ਕਰਾਂਗੇ ਇੱਕ ਥੜੇ ਤੇ। ਹਾਂਜੀ ਤਿਸ ਪਰ ਸੰਧਿਆ ਹੋਏ ਸੁਖ ਨਾਲ। ਤੇ ਦੂਜੇ ਤੇ ਮਹਾਰਾਜ ਕਹਿੰਦੇ ਮੈਂ ਸ਼ਾਮ ਨੂੰ ਬੈਠਿਆ ਕਰਾਂਗਾ। ਦੋਵਾਂ ਜਵਾਈਆਂ ਨੂੰ ਲਾ ਦਿੱਤਾ ਜੀ। ਹਾਂਜੀ ਏਮ ਬਤਾਏ ਸ਼੍ਰੀ ਸਤਿਗੁਰ ਗਏ। ਇਹ ਕਹਿ ਕੇ ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ
ਆਪ ਹੌਲੀ ਹੌਲੀ ਤੁਰ ਕੇ ਤੇ ਮਹਿਲਾਂ ਨੂੰ ਚਲੇ ਗਏ ਜੀ। ਹਾਂਜੀ। ਤਿਸ ਥਲ ਦੋਨੋਂ ਥਿਰਤਾ ਲਏ। ਇੱਕ ਬੰਨੇ ਗੁਰੂ ਰਾਮਦਾਸ ਸਾਹਿਬ, ਹੁਣ ਸੁਰਤ ਕਰਕੇ ਕਰੋ ਦਰਸ਼ਨ, ਗੱਜ ਕੇ ਆਖੋ, ਗੱਜ ਕੇ। ਕੱਦ ਲੰਬਾ, ਦਾੜਾ ਵੀ ਲੰਬਾ, ਚਿਹਰੇ ਤੇ ਨੂਰ ਪ੍ਰਕਾਸ਼ ਦਾ ਜੀ। ਮਹਾਰਾਜ ਇੱਕ ਬੰਨੇ ਥੜਾ ਬਣਾਉਣ ਲੱਗ ਪਏ ਜੀ। ਅੱਜ ਨਿੱਕੇ ਨਿੱਕੇ ਕੰਮ ਲਈ ਮਿਸਤਰੀ ਸੱਦਦੇ ਸਾਡੇ ਵੀਰ। ਮਾੜੇ ਮੋਟੇ ਮਿਸਤਰੀ ਪਹਿਲਾਂ ਹਰ ਬੰਦਾ ਹੁੰਦਾ ਸੀਗਾ ਜੀ, ਥੋੜਾ ਬਹੁਤਾ ਆਪ ਹੀ ਕੰਮ ਕਰ ਲਈਦਾ ਸੀਗਾ ਜੀ। ਮਹਾਰਾਜ ਥੜਾ ਬਣਾਉਣ ਲੱਗ ਪਏ ਜੀ। ਹਾਂਜੀ। ਪ੍ਰਿਥਕ ਪ੍ਰਿਥਕ ਥਲ ਬੈਠਨ ਕੇਰਾ, ਲੱਗੇ ਕਰਾਵਨ ਕੋ ਤਿਸ ਬੇਰਾ। ਉਧਰ ਰਾਮਾ ਜੀ ਵੀ ਥੜਾ ਬਣਾਉਣ ਲੱਗ ਪਏ ਜੀ। ਹੁਣ ਦੋਵੇਂ ਥੜੇ ਬਣਾਉਂਦੇ ਤੇ ਦੋਵੇਂ ਜਵਾਈ ਮਹਾਰਾਜ ਦੇ ਜੀ। ਹਾਂਜੀ। ਦਿਨ ਸਗਲੇ ਮਹਿਕਾਰ ਕਰਾਏ। ਉਹ ਜਿੰਨਾ ਕੁ ਥੜਾ ਬਣਾਉਣਾ ਸੀਗਾ, ਇੱਕ ਦਿਨ ਬਹੁਤ ਹੁੰਦਾ ਥੜਾ ਬਣਾਉਣ ਵਾਸਤੇ ਜੀ, ਤੇ ਸਾਰਾ ਦਿਨ ਲਾ ਕੇ ਥੜਾ ਬਣਾਇਆ ਜੀ। ਹਾਂਜੀ। ਸੰਧਿਆ ਭਈ ਗੁਰੂ ਤਬ ਆਏ। ਸ਼ਾਮ ਪੈ ਗਈ ਤੇ ਗੁਰੂ ਅਮਰਦਾਸ ਜੀ ਨੇ ਥੜਾ ਚੈੱਕ ਕਰਨਾ ਜੀ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਜੀ ਆ ਗਏ। ਹਾਂਜੀ। ਕਰੀ ਜੋ ਰਾਮੇ ਪੂਰਬ ਹੇਰੀ। ਪਹਿਲਾਂ ਮਹਾਰਾਜ ਵੱਡੇ ਜਵਾਈ ਵੱਲ ਗਏ ਜੀ। ਹਾਂਜੀ। ਪਰਖਨ ਹਿਤ ਬੋਲੇ ਤਿਸ ਬੇਰੀ। ਹੁਣ ਥੜਾ ਤੇ ਜਿਹੋ ਜਿਹਾ ਬਣਿਆ ਉਹੋ ਜਿਹਾ ਹੀ ਬਣਿਆ ਜੀ, ਪਰ ਮਹਾਰਾਜ ਪਰਖ ਲੈਣ ਵਾਸਤੇ ਨਾ ਇਸ ਤਰ੍ਹਾਂ ਕਹਿਣ ਲੱਗੇ ਰਾਮਾ ਜੀ ਨੂੰ। ਇਹ ਤੋਂ ਨੀਕੀ ਨਹੀਂ ਬਣਾਈ। ਗੱਜ ਕੇ ਆਖੋ। ਮਹਾਰਾਜ ਕਹਿੰਦੇ ਇਹ ਤਾਂ ਨਹੀਂ ਵਧੀਆ ਬਣਾਇਆ, ਇਹ ਥੜਾ ਵਧੀਆ ਨਹੀਂ ਬਣਿਆ ਤੁਹਾਡੇ ਕੋਲੋਂ। ਹਾਂਜੀ। ਬੈਠਨ ਹੇਤ ਨਾ ਹਮ ਕਹੋ ਭਾਈ। ਤੇ ਸਾਨੂੰ ਨਹੀਂ ਪਸੰਦ ਆਇਆ। ਹੁਣ ਕਿਸੇ ਬੰਦੇ ਨੇ ਸਾਰੀ ਦਿਹਾੜੀ ਮਿਹਨਤ ਲਾਈ ਹੋਵੇ ਜੀ, ਅੱਗੋਂ ਆ ਕੇ ਇੰਜ ਕਹਿ ਦਈਏ ਜੀ। ਹਾਂਜੀ। ਕਰਿਓ ਖੇਦ ਸਭ ਨਿਸ਼ਫਲ ਗਇਓ। ਮਹਾਰਾਜ ਕਹਿੰਦੇ ਰਾਮਾ ਜੀ ਮਿਹਨਤ ਤੇ ਬੜੀ ਕੀਤੀ, ਪਰ ਤੁਹਾਡੀ ਮਿਹਨਤ ਵਿਅਰਥ ਹੈ, ਇਹ ਸਹੀ ਨਹੀਂ ਬਣਿਆ ਥੜਾ। ਟੇਢੀ ਕੰਧ ਉਸਾਰਤ ਭਇਓ। ਗੱਜ ਕੇ ਆਖੋ। ਮਹਾਰਾਜ ਕਹਿੰਦੇ ਕੰਧ ਟੇਢੀ ਹੈ, ਇਹ ਕੰਧ ਨਹੀਂ ਸਹੀ ਬਣੀ ਤੁਹਾਡੇ ਕੋਲੋਂ। ਹਾਂਜੀ। ਢਾਹਾ ਦੇਹੋ ਨਹਿ ਦੇਰ ਕਰੀਜੈ। ਢਾਹ ਦਿਓ ਮਹਾਰਾਜ ਕਹਿੰਦੇ, ਦੇਰ ਨਾ ਲਾਓ। ਹਾਂਜੀ। ਹਮਰੋ ਕਹਿਓ ਨੀਕ ਸੁਨ ਲੀਜੈ। ਸਾਡੀ ਕਈ ਗੱਲ ਸੁਣੋ, ਇਹਨੂੰ ਢਾਹ ਦਿਓ। ਹਾਂਜੀ। ਇਸ ਇਤ ਦਿਸ਼ ਸੂਦੀ ਭੀਤ ਚਨਾਵੋ, ਬਹੁਰ ਬੇਦ ਕਾ ਭਲੇ ਬਨਾਵੋ। ਤੇ ਮਹਾਰਾਜ ਨਾ ਉਹ ਹੱਥ 'ਚ ਛੜੀ ਹੈ, ਉਹ ਛੜੀ ਮਾਰ ਕੇ ਕੰਧ ਨੂੰ ਤੇ ਦੱਸਦੇ। ਮਹਾਰਾਜ ਕਹਿੰਦੇ ਇੱਧਰ ਕੰਧ ਸਹੀ ਦੁਬਾਰਾ ਬਣਾਓ। ਕਹਿਣ ਲੱਗੇ ਢਾਹ ਕੇ ਦੁਬਾਰਾ ਸਾਰਾ ਬਣਾਓ। ਸੁਨ ਰਾਮੇ ਮਨ ਭੰਗ ਬਨਿਓ ਹੈ। ਗੱਜ ਕੇ ਆਖੋ। ਬਾਬਾ ਰਾਮਾ ਜੀ ਦਾ ਮਨ ਟੁੱਟ ਗਿਆ ਜੀ, ਟੁੱਟ ਗਿਆ ਮਨ ਜੀ। ਬੜੀ ਮਿਹਨਤ ਜੂ ਲਾਈ ਸੀ ਸਾਰੀ ਦਿਹਾੜੀ। ਤੇ ਪਿਆਰਿਓ ਚੇਤਾ ਰੱਖਿਓ, ਗੁਰ ਝਿੜਕੇ ਤਾਂ ਮਿੱਠਾ ਲੱਗ ਹੈ। ਮਿੱਠਾ ਕਿਹਨੂੰ ਲੱਗੇਗਾ? ਪ੍ਰੇਮੀ ਨੂੰ ਲੱਗੇਗਾ ਜੀ। ਬਾਬਾ ਰਾਮਾ ਜੀ ਦਾ ਮਨ ਟੁੱਟ ਗਿਆ, ਟੁੱਟੇ ਹੋਏ ਮਨ ਨਾਲ ਕਹਿਣ ਲੱਗ ਪਏ। ਹਾਂਜੀ। ਨਿਜ ਮਤ ਆਛੀ ਜਾਨ ਭਨਿਓ ਹੈ। ਆਪਣੀ ਮਤ ਵਧੀਆ ਸਮਝੀ ਵੀ ਮੈਂ ਤੇ ਸਹੀ ਬਣਾਇਆ। ਇੱਕ ਗੱਲ ਚੇਤਾ ਰੱਖਿਓ, ਤੁਸੀਂ ਲੱਖ ਸਹੀ ਹੋਵੋ, ਤੁਹਾਡੇ ਸਹੀ ਹੋਣ ਦੇ ਬਾਵਜੂਦ ਗੁਰੂ ਸਾਹਿਬ ਕਹਿ ਦੇਣ ਨਾ ਤੇਰੇ 'ਚ ਇੱਥੇ ਗਲਤੀ ਹੈ, ਹੱਥ ਜੋੜ ਕੇ ਕਿਉਂ ਮਹਾਰਾਜ ਮੇਰੇ 'ਚ ਗਲਤੀ ਹੈ, ਮਹਾਰਾਜ ਸੀਨੇ ਨਾਲ ਲਾ ਲੈਣਗੇ ਜੀ। ਤੇ ਤੁਸੀਂ ਸਹੀ ਹੋ, ਗੁਰੂ ਕਹਿ ਦੇ ਤੂੰ ਗਲਤ ਹੈ, ਕਹਿ ਦੋ ਮੈਂ ਗਲਤ ਹਾਂ। ਤੇ ਕਈ ਵਾਰੀ ਬੰਦਾ ਗਲਤ ਵੀ ਹੋਵੇ, ਗੁਰੂ ਆਖੇ ਤੂੰ ਠੀਕ ਹੈ, ਬੰਦਾ ਸਹੀ ਹੋ ਜਾਂਦਾ ਜੀ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਗੁਰੂ ਅਮਰਦਾਸ ਸਾਹਿਬ ਨੂੰ ਬਾਬਾ ਰਾਮਾ ਜੀ ਕਹਿਣ ਲੱਗੇ। ਹਾਂਜੀ। ਜਿਮ ਤੁਮ ਕਹਿਓ ਤਥਾ ਬਨਵਾਈ। ਮਹਾਰਾਜ ਜਿਵੇਂ ਕਿਹਾ ਸੀ ਉਵੇਂ ਬਣਾਇਆ ਥੜਾ ਮਹਾਰਾਜ। ਹਾਂਜੀ। ਕੋ ਕਾਰਨ ਭਾਰਦੈ ਨਾ ਭਾਈ। ਮਹਾਰਾਜ ਕੀ ਗੱਲ, ਆਪ ਜੀ ਨੂੰ ਥੜਾ ਚੰਗਾ ਨਹੀਂ ਲੱਗਿਆ? ਹਾਂਜੀ। ਸੁੰਦਰ ਬਣੀ ਬੈਠ ਕੇ ਲਾਇਕ। ਵੇਖੋ ਮਹਾਰਾਜ ਕਿੱਡਾ ਸੋਹਣਾ ਥੜਾ ਬਣਾਇਆ ਮੈਂ। ਸਮੁਖ ਖਰੇ ਦਰਸੈ ਜਹ ਪਾਇਕ। ਤੇ ਮਹਾਰਾਜ ਇੱਥੇ ਤੁਸੀਂ ਬੈਠੋਗੇ, ਸੰਗਤਾਂ ਤੁਹਾਡੇ ਦਰਸ਼ਨ ਕਰਨਗੀਆਂ ਸਾਹਮਣੇ ਖਲੋ ਖਲੋ ਕੇ। ਮੇਰੋ ਦੋਸ਼ ਨਾ ਆਮੈ ਕੋਈ। ਗੱਜ ਕੇ ਆਖੋ। ਬਾਬਾ ਰਾਮਾ ਜੀ ਮਹਾਰਾਜ ਨੂੰ ਕਹਿਣ ਲੱਗੇ ਮੇਰਾ ਕਸੂਰ ਨਹੀਂ ਹੈਗਾ,
ਬਸ ਇੱਥੇ ਭੁਲੇਖਾ ਖਾ ਜਾਂਦਾ ਬੰਦਾ ਜੀ। ਹਾਂਜੀ, ਆਪ ਕਹੀ ਜਿਮ ਤਥਾ ਸੋ ਹੋਈ। ਜਿਵੇਂ ਤੁਸੀਂ ਕਿਹਾ ਮਹਾਰਾਜ ਉਵੇਂ ਮੈਂ ਥੜਾ ਬਣਾ ਦਿੱਤਾ। ਹਾਂਜੀ, ਕੀਨ ਜਤਨ ਮੈਂ ਭਲੇ ਸੁਧਾਰੀ। ਮੈਂ ਬੜਾ ਵਧੀਆ ਮਿਹਨਤ ਕਰਕੇ ਯਤਨ ਕਰਕੇ ਥੜਾ ਬਣਾਇਆ। ਹਾਂਜੀ, ਜਿਮ ਰਾਵਰ ਨੇ ਰੀਤ ਉਚਾਰੀ। ਇਮ ਰਾਮਾ ਕਹਿ ਰਹਿਓ ਕਨੇਰਾ। ਬਾਬਾ ਰਾਮਾ ਜੀ ਇਸ ਤਰ੍ਹਾਂ ਬੜਾ ਕਹਿਣ ਮਹਾਰਾਜ ਸਹੀ ਹੈ, ਮਹਾਰਾਜ ਸਹੀ ਹੈ। ਹਾਂਜੀ, ਸ਼੍ਰੀ ਗੁਰ ਟਹਿਵਾਈ ਤਿਸ ਬੇਰਾ। ਪਰ ਸ਼੍ਰੀ ਗੁਰੂ ਟਹਿਵਾਈ ਤਿਸ ਬੇਰਾ। ਮਹਾਰਾਜ ਨੇ ਕਿਹਾ ਢਾ ਦੇ। ਗੱਜ ਕੇ ਆਖੋ। ਬਾਬੇ ਰਾਮੇ ਦੇ ਮਨਾ ਕਰਨ ਦੇ ਬਾਵਜੂਦ ਵੀ ਗੁਰੂ ਜੀ ਨੇ ਥੜਾ ਤਵਾ ਦਿੱਤਾ ਜੀ। ਹਾਂਜੀ, ਨਿਜ ਕਰ ਸ਼ਰੀ ਲਕੀਰ ਨਿਕਾਰੀ। ਫਿਰ ਮਹਾਰਾਜ ਨੇ ਹੱਥ 'ਚ ਸੋਟੀ ਫੜ ਕੇ ਲਕੀਰ ਮਾਰੀ ਜੀ, ਥੜਾ ਟੱਠ ਗਿਆ ਜੀ ਸਾਰਾ। ਹਾਂਜੀ, ਕਹਿਓ ਕਰੋ ਇਸ ਰੀਤ ਸੁਧਾਰੀ। ਮਹਾਰਾਜ ਕਹਿੰਦੇ ਇਸ ਤਰ੍ਹਾਂ ਬਣਾਉਣਾ ਹੈ। ਹਾਂਜੀ, ਤਹ ਤੇ ਚੱਲ ਦੂਸਰ ਦਿਸ਼ ਗਏ। ਗੱਜ ਕੇ ਆਖੋ। ਤਹ ਤੇ ਚੱਲ ਦੂਸਰ ਦਿਸ਼ ਗਏ। ਮਹਾਰਾਜ ਉੱਥੋਂ ਚੱਲੇ, ਹੱਥ 'ਚ ਸੋਟੀ ਹੈ, ਸਾਹਮਣੇ ਹੀ ਥੜਾ ਜੀ। ਗੁਰੂ ਰਾਮਦਾਸ ਸਾਹਿਬ ਹੱਥ ਜੋੜ ਕੇ ਖਲੋਤੇ ਸੇਵਕ ਬਣ ਕੇ। ਸ਼ਾਮਾਂ ਪੈ ਰਹੀਆਂ ਜੀ, ਮਹਾਰਾਜ ਉਸ ਪਾਸੇ ਗਏ ਜੀ। ਹਾਂਜੀ, ਰਾਮਦਾਸ ਢਿਗ ਠਾਂਢੇ ਭਏ। ਤੇ ਮਹਾਰਾਜ ਰਾਮਦਾਸ ਜੀ ਦੇ ਕੋਲ ਖਲੋ ਗਏ ਜੀ। ਹਾਂਜੀ, ਪਦ ਅਰਵਿੰਦ ਬੰਦਨਾ ਕਰਕੇ। ਹੁਣ ਵੇਖ ਲੋ ਨਿਮਰਤਾ। ਰਾਮਦਾਸ ਜੀ ਨੇ ਕੀ ਕੀਤਾ? ਸਭ ਤੋਂ ਪਹਿਲਾਂ ਪਦ ਅਰਵਿੰਦ ਬੰਦਨਾ ਕਰਕੇ ਸਭ ਤੋਂ ਪਹਿਲਾਂ ਮਹਾਰਾਜ ਨੂੰ ਮੱਥਾ ਟੇਕਿਆ ਜੀ। ਜਿੰਨੀ ਵਾਰੀ ਆਓ ਓਨੀ ਵਾਰੀ ਟੇਕੋ। ਹਾਂਜੀ, ਖਰੋ ਰਹਿਓ ਨਿਜ ਗਰੀਬ ਨੇ ਹੁਰ ਕੈ। ਤੇ ਨੀਵੀਂ ਪਾ ਕੇ ਖਲੋਤੇ ਰਹੇ ਜੀ। ਸਿਆਣੇ ਪੁਰਸ਼ ਸਾਹਮਣੇ ਨਹੀਂ ਵੇਖਦੇ ਹੁੰਦੇ ਜੀ, ਉਹ ਨੀਵਾਂ ਪਾ ਕੇ ਖਲੋਂਦੇ ਜੀ। ਖੁਦ ਬੱਚੇ ਮਾਂ ਪਿਓ ਦੇ ਸਾਹਮਣੇ ਨੀਵਾਂ ਪਾ ਕੇ ਖਲੋਂਦੇ ਹੁੰਦੇ ਸੀਗੇ, ਹੁਣ ਸਾਰੇ ਡਰ ਭਉ ਉਤਰ ਗਏ ਜੀ। ਹਾਂਜੀ, ਸ਼੍ਰੀ ਗੁਰੂ ਅਮਰਦਾਸ ਪਿਖ ਕਹਿਓ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੇਖਿਆ, ਰਾਮਦਾਸ ਜੀ ਦੀ ਨਿਮਰਤਾ ਵੀ ਵੇਖੀ ਤੇ ਥੜਾ ਵੀ ਵੇਖਿਆ ਜੀ। ਹਾਂਜੀ, ਹਮਰੋ ਆਸ਼ੈ ਤੈ ਨਹਿ ਲਹਿਓ। ਗੱਜ ਕੇ ਆਖੋ। ਗੱਜ ਕੇ। ਭਾਵੇਂ ਉਵੇਂ ਹੀ ਬਣਾਇਆ ਸੀ ਥੜਾ ਜਿਵੇਂ ਮਹਾਰਾਜ ਨੇ ਕਿਹਾ, ਪਰ ਪਰਖਣਾ ਸੀ ਨਾ। ਮਹਾਰਾਜ ਕਹਿੰਦੇ ਹਮਰੋ ਆਸ਼ੇ ਤੈ ਨਹਿ ਲਹਿਓ। ਮਹਾਰਾਜ ਕਹਿੰਦੇ ਰਾਮਦਾਸ ਜੀ ਜੋ ਅਸੀਂ ਕਿਹਾ ਸੀ ਤੁਹਾਨੂੰ ਸਮਝ ਨਹੀਂ ਆਈ, ਕਹਿਣ ਲੱਗੇ। ਹਾਂਜੀ, ਜਥਾ ਬਤਾਈ ਤਥਾ ਨਾ ਕਰੀ। ਜਿਵੇਂ ਕਿਹਾ ਸੀ ਉਵੇਂ ਤੇ ਥੜਾ ਬਣਾਇਆ ਹੀ ਨਹੀਂ ਤੁਸੀਂ, ਮਹਾਰਾਜ ਕਹਿਣ ਲੱਗੇ। ਹਾਂਜੀ, ਬਕਰ ਭੀਤ ਰਚ ਕੀਨਸ ਥਰੀ। ਮਹਾਰਾਜ ਕਹਿਣ ਲੱਗੇ ਇਹ ਵੇਖੋ ਇਹ ਥੜਾ ਬਹਿਣ ਦੇ ਯੋਗ ਨਹੀਂ ਹੈਗਾ। ਹਾਂਜੀ, ਭਾਈ ਨਾ ਬੈਠਤ ਉਚਿਤ ਹਮਾਰੇ। ਇਸ ਕਾਰਨ ਤੇ ਕਰੋ ਬਿਦਾਰੇ। ਮਹਾਰਾਜ ਕਹਿੰਦੇ ਥੜਾ ਢਾ ਦਿਓ, ਇਹ ਥੜਾ ਸਹੀ ਨਹੀਂ ਹੈ, ਇਹਨੂੰ ਢਾ ਦਿਓ। ਹਾਂਜੀ, ਗੁਰ ਤੇ ਸੁਨ ਸ਼ੰਕਤ ਮਨ ਹੋਇ ਕੈ। ਤਾਤਕਾਲ ਨਿਜ ਹਾਥ ਗਿਰਾਕੈ। ਹਾਂਜੀ, ਨਮਰ ਹੋਏ ਬੂਝੀ ਬਿਦ ਫੇਰੀ। ਬਖਸ਼ੋ ਅਬੈ ਅਵਗਿਆ ਮੇਰੀ। ਗੱਜ ਕੇ ਆਖੋ। ਕਿੰਨਾ ਫਰਕ ਹੈਗਾ ਜੀ। ਇੱਕ ਨੇਮੀ ਬੰਦੇ ਵਿੱਚ ਤੇ ਪ੍ਰੇਮੀ ਬੰਦੇ ਵਿੱਚ ਕਿੰਨਾ ਫਰਕ ਹੈਗਾ ਜੀ। ਪਿਆਰਿਓ, ਬਾਬਾ ਰਾਮਾ ਜੀ ਨੇ ਆਪਣੀ ਮਤ ਨੂੰ ਸਹੀ ਵਿਚਾਰ ਕੇ ਕਿਹਾ ਸੀ, ਮਹਾਰਾਜ ਸਹੀ ਬਣਿਆ। ਤੇ ਗੁਰੂ ਰਾਮਦਾਸ ਸਾਹਿਬ 'ਚ ਆਪਣੀ ਕੋਈ ਮਤ ਨਹੀਂ ਹੈਗੀ ਜੀ। ਗੁਰੂ ਦੀ ਮਤ ਨੂੰ ਮੁੱਖ ਰੱਖਿਆ। ਹੱਥ ਜੋੜ ਕੇ ਕਹਿਣ ਲੱਗੇ, ਕਹਿੰਦੇ ਮਹਾਰਾਜ ਮੇਰੇ ਕੋਲ ਭੁੱਲ ਹੋ ਗਈ, ਮੈਨੂੰ ਬਖਸ਼ ਲਓ, ਕਹਿਣ ਲੱਗੇ। ਗੱਜ ਕੇ ਆਖੋ। ਵਾਹਿਗੁਰੂ। ਬੰਦਾ ਸਹੀ ਹੋਵੇ ਤਾਂ ਵੀ ਇਹ ਬੋਲ ਬੋਲੇ, ਇਹ ਵਿਰਲੀਆਂ ਥਾਵਾਂ ਤੇ ਹੀ ਹੈ। ਹਾਂਜੀ, ਮੈਂ ਮਤਹੀਨ ਸਕਿਓ ਨਹਿ ਜਾਨ। ਮਹਾਰਾਜ ਵੇਖੋ ਬਾਬੇ ਰਾਮੇ ਦਾ ਤੇ ਗੁਰੂ ਰਾਮਦਾਸ ਜੀ ਦਾ ਕਿੰਨਾ ਫਰਕ ਹੈ। ਬਾਬਾ ਰਾਮਾ ਜੀ ਕਹਿੰਦੇ ਮਹਾਰਾਜ ਸਹੀ ਤੇ ਬਣਿਆ, ਤੇ ਰਾਮਾ ਜੀ ਕਹਿੰਦੇ ਮਹਾਰਾਜ ਮੇਰੀ ਵਾਹਿਗੁਰੂ ਰਾਮਦਾਸ ਜੀ ਕਹਿੰਦੇ ਆ ਮਹਾਰਾਜ ਮੇਰੀ ਬੁੱਧੀ ਛੋਟੀ ਹੈ, ਮਹਾਰਾਜ ਜਿਵੇਂ ਤੁਸੀਂ ਕਿਹਾ ਸੀ ਮੈਂ ਸਮਝ ਹੀ ਨਹੀਂ ਸਕਿਆ। ਗੱਜ ਕੇ ਆਖੋ। ਵਾਹਿਗੁਰੂ। ਗਲਤੀ ਕਿਹਦੀ ਕੱਢੀ? ਆਪਣੀ ਕੱਢੀ ਜੀ। ਹਾਂਜੀ, ਬਾਹਰ ਬਤਾਵੋ ਕਿਰਪਾ ਨਿਧਾਨ। ਤੇ ਹੱਥ ਜੋੜ ਕੇ ਕਹਿੰਦੇ ਮਹਾਰਾਜ ਹੁਣ ਕਿਰਪਾ ਕਰੋ, ਬਖਸ਼ਿਸ਼ ਕਰੋ। ਤੇ ਮਹਾਰਾਜ ਹੁਣ ਦੱਸੋ, ਦੁਬਾਰਾ ਦੱਸੋ ਵੀ ਮੈਂ ਥੜਾ ਕਿਵੇਂ ਬਣਾਵਾਂ।
ਤਬ ਸਤਿਗੁਰ ਨੇ ਕੀਨ ਲਕੀਰ। ਮਹਾਰਾਜ ਨੇ ਫਿਰ ਲਕੀਰ ਬਣਾ ਦਿੱਤੀ ਜੀ। ਵੇਖ ਲੋ, ਰਾਮਾ ਜੀ ਨੂੰ ਬਾਰ-ਬਾਰ ਕਹਿ ਕੇ ਥੜਾ ਢਵਾਇਆ, ਢਾਉਂਦੇ ਨਹੀਂ ਸੀਗੇ ਜੀ। ਤੇ ਰਾਮਦਾਸ ਜੀ ਨੂੰ ਇੱਕੋ ਵਾਰੀ ਆਖਿਆ ਤਾਂ ਉਹਨਾਂ ਨੇ ਢਾ ਦਿੱਤਾ ਜੀ। ਹਾਂਜੀ, ਅਪਰ ਬਤਾਈ ਸਭ ਤਰਤੀਬ। ਮਹਾਰਾਜ ਨੇ ਫਿਰ ਦੱਸਿਆ ਵੀ ਆਹ ਲਕੀਰ ਖਿੱਚ ਦਿੱਤੀ ਹੈ, ਇਹਦੇ ਹਿਸਾਬ ਨਾਲ ਦੁਬਾਰਾ ਬਣਾ ਦਿਓ। ਹਾਂਜੀ, ਕਰੋ ਚਿਨਾਵਨ ਦੋਨੋਂ ਫੇਰੇ। ਦੋਵੇਂ ਦੁਬਾਰਾ ਬਣਾਓ। ਹਾਂਜੀ, ਇਮ ਕਹਿ ਸ੍ਰੀ ਗੁਰੂ ਗਮਨੇ ਡੇਰੇ। ਇਹ ਕਹਿ ਕੇ ਸੱਚੇ ਪਾਤਸ਼ਾਹ ਆਪਣੇ ਡੇਰੇ ਚਲੇ ਗਏ। ਪਿਆਰਿਓ, ਇਹਨੂੰ ਇੱਟਾਂ ਦਾ ਥੜਾ ਨਾ ਲਿਓ। ਗੱਜ ਕੇ ਆਖੋ ਵਾਹਿਗੁਰੂ। ਫਿਰ ਆਖੋ ਵਾਹਿਗੁਰੂ। ਇਹਨੂੰ ਇੱਟਾਂ ਦਾ ਥੜਾ ਨਾ ਲਿਓ। ਇਹ ਇੱਟਾਂ ਦਾ ਥੜਾ ਨਹੀਂ ਜੇ, ਅਸਲ ਵਿੱਚ ਹਿਰਦੇ ਦੇ ਵਿੱਚ ਸ਼ਰਧਾ ਦਾ ਥੜਾ ਬਣ ਰਿਹਾ ਹੈ, ਜਿਹਦੇ ਉੱਤੇ ਗੁਰੂ ਅਮਰਦਾਸ ਜੀ ਨੇ ਆ ਕੇ ਬਹਿਣਾ ਹੈ ਜੀ। ਹੁਣ ਆਪਾਂ ਵੇਖ ਲਈਏ, ਆਪਣੇ ਅੰਦਰ ਦੇ ਜਿਹੜੇ ਥੜੇ ਆ ਸ਼ਰਧਾ ਦੇ, ਉਹ ਕੱਚੇ ਹੈ ਕਿ ਪੱਕੇ ਹੈ ਜੀ? ਹੈਗੇ ਹੀ ਨਹੀਂ ਹੈ ਜੀ। ਐਸੀਆਂ ਫੌਜਾਂ ਵੀ ਹੈਗੀਆਂ ਜੀ ਜਿਨ੍ਹਾਂ ਦੇ ਅੰਦਰ ਸ਼ਰਧਾ ਦਾ ਥੜਾ ਹੀ ਨਹੀਂ ਹੈਗਾ। ਤੇ ਚੇਤੇ ਰੱਖਿਓ, ਗੁਰੂ ਨੇ ਸ਼ਰਧਾ ਦੇ ਥੜੇ ਤੇ ਆ ਕੇ ਬੈਠਣਾ ਹੈ, ਗੁਰੂ ਨੇ ਪ੍ਰੇਮ ਦੇ ਥੜੇ ਤੇ ਆ ਕੇ ਬੈਠਣਾ ਹੈ, ਗੁਰੂ ਨੇ ਗੱਲਾਂ ਦੇ ਥੜੇ ਤੇ ਆ ਕੇ ਨਹੀਂ ਬਹਿਣਾ ਜੀ। ਹਾਂਜੀ, ਨਿਸਾ ਬਿਤੇ ਉੱਠ ਕਰ ਭੁਨਸਾਰ। ਦਿਨ ਚੜਿਆ ਜੀ, ਦੋਵੇਂ ਜਵਾਈ ਫੇਰ ਲੱਗ ਪਏ ਜੀ। ਲੱਗੇ ਕਰਾਵਨ ਦੋਨੋਂ ਕਾਰ। ਦੋਵੇਂ ਹੀ ਥੜਾ ਬਣਾਉਣ ਲੱਗ ਪਏ ਜੀ। ਹਾਂਜੀ, ਜਿਮ ਕੀਨੋ ਸਤਿਗੁਰ ਫਰਮਾਵਨ। ਜਿਵੇਂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਕਿਹਾ, ਤਿਮ ਸੁਚੇਤ ਹੋਇ ਲਾਗ ਬਨਾਵਨ। ਅੱਜ ਦੋਵਾਂ ਨੇ ਬੜਾ ਸੁਚੇਤ ਹੋ ਕੇ ਥੜਾ ਬਣਾਇਆ। ਕੋਈ ਗਲਤੀ ਨਾ ਰਹਿ ਜੇ, ਕੋਈ ਕਮੀ ਨਾ ਰਹਿ ਜੇ। ਹਾਂਜੀ, ਭਲੀ ਰੀਤ ਸੋ ਜੁਗਲ ਸੁਧਾਰੀ। ਦੋਵਾਂ ਨੇ ਐ ਭਲੀ ਰੀਤੀ ਨਾਲ ਥੜਾ ਬਣਾਇਆ ਜੀ। ਪੰਕ ਈਟਕਾ ਸੁੰਦਰ ਸਾਰੀ। ਇੱਟਾਂ ਉਰੋਂ ਸੀਮਿੰਟ ਨਹੀਂ ਸੀ ਹੁੰਦਾ, ਗਾਰਾ ਲਾਉਣਾ ਪੈਂਦਾ ਸੀਗਾ, ਗਾਰਾ ਲਾ ਕੇ ਬਣਾਇਆ ਜੀ। ਹਾਂਜੀ, ਸ਼੍ਰੀ ਗੁਰ ਜਾਨਿਓ ਸੰਯ ਕਾਲ। ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਵੇਖਿਆ ਵੀ ਸ਼ਾਮਾਂ ਹੋ ਗਈਆਂ, ਥੜੇ ਬਣ ਕੇ ਹੋਣਗੇ। ਚੱਲੇ ਬਾਵਲੀ ਦਿਸ਼ਾ ਕਿਰਪਾਲ। ਮਹਾਰਾਜ ਬੌਲੀ ਸਾਹਿਬ ਵਾਲੇ ਪਾਸੇ ਤੁਰ ਪਏ ਜੀ। ਹਾਂਜੀ, ਪ੍ਰਥਮ ਜਹਾਂ ਰਾਮੇ ਨੇ ਕਰੀ। ਕੱਲ ਵਾਂਗੂ ਫਿਰ ਮਹਾਰਾਜ ਉਸ ਪਾਸੇ ਗਏ ਜਿੱਥੇ ਬਾਬੇ ਰਾਮੇ ਨੇ ਥੜਾ ਬਣਾਇਆ। ਪਹਿਲਾਂ ਬਾਬੇ ਰਾਮੇ ਕੋਲ ਗਏ ਜੀ। ਆਨ ਬਿਲੋਕਨ ਕੀਨਸ ਥਰੀ। ਬਾਬਾ ਰਾਮਾ ਜੀ ਥੜਾ ਬਣਾ ਕੇ ਖਲੋਤੇ ਐ, ਮਹਾਰਾਜ ਦੇ ਹੱਥ 'ਚ ਛੜੀ ਐ। ਧੰਨ ਗੁਰੂ ਅਮਰਦਾਸ ਸਾਹਿਬ ਥੜਾ ਵੇਖਦੇ ਆ ਚੰਗੀ ਤਰ੍ਹਾਂ। ਹਾਂਜੀ, ਕਹਿਓ ਤਾਹੇ ਇਹ ਕਰੀ ਨਾ ਆਛੀ। ਤੇ ਮਹਾਰਾਜ ਸੱਚੇ ਪਾਤਸ਼ਾਹ ਫੇਰ ਕਹਿਣ ਲੱਗੇ ਐ, ਗੱਜ ਕੇ ਆਖੋ ਵਾਹਿਗੁਰੂ। ਅੱਜ ਦੂਜਾ ਦਿਨ ਹੈ। ਮਹਾਰਾਜ ਫਿਰ ਕਹਿਣ ਲੱਗੇ, ਰਾਮਾ ਜੀ ਥੜਾ ਤੇ ਫਿਰ ਨਹੀਂ ਵਧੀਆ ਬਣਾਇਆ। ਹਾਂਜੀ, ਤਥਾ ਬਨੀ ਨਾ ਜਥਾ ਹਮ ਬਾਂਛੀ। ਜਿਵੇਂ ਅਸੀਂ ਕਿਹਾ ਸੀ ਉਵੇਂ ਤੁਹਾਡੇ ਕੋਲੋਂ ਥੜਾ ਬਣਿਆ ਨਹੀਂ, ਮਹਾਰਾਜ ਕਹਿੰਦੇ। ਹਾਂਜੀ, ਕਰੋ ਬਿਦਾਰਨ ਫੇਰ ਬਣਾਵੋ। ਮਹਾਰਾਜ ਕਹਿੰਦੇ ਢਾ ਦਿਓ। ਗੱਜ ਕੇ ਆਖੋ ਬਾਬਾ ਜੀ ਤੇ ਕੱਲ ਨਹੀਂ ਢਾਉਣ ਨੂੰ ਤਿਆਰ ਹੈਗੇ ਜੀ। ਮਹਾਰਾਜ ਕਹਿੰਦੇ ਢਾ ਦਿਓ, ਦੁਬਾਰਾ ਢਾ ਦਿਓ, ਫਿਰ ਬਣਾਓ। ਬਿਨ ਮਤ ਤੇ ਸ਼ਰਮ ਬਾਦ ਕਰਾਵੋ। ਮਹਾਰਾਜ ਨੇ ਫਿਰ ਥੋੜਾ ਸਖਤ ਵੀ ਕਿਹਾ। ਅਸਲ 'ਚ ਝਿੜਕ ਮਾਰ ਕੇ ਵੇਖਦੇ ਐ ਸਹਿੰਦਾ ਹੈ ਕਿ ਨਹੀਂ ਸਹਿੰਦਾ। ਮਹਾਰਾਜ ਕਹਿੰਦੇ ਅਕਲ ਤੋਂ ਬਿਨਾ ਬਣਾਈ ਜਾਂਦੇ ਹੋ ਥੜੇ, ਬੁੱਧੀ ਤੋਂ ਬਗੈਰ ਬਣਾਈ ਜਾਂਦੇ ਹੋ। ਮਿਹਨਤ ਤੇ ਕਰਦੇ ਹੋ ਪਰ ਵਿਅਰਥ ਹੋ ਜਾਂਦੀ ਹੈ। ਹਾਂਜੀ, ਸੁਨ ਰਾਮੇ ਨਿਜ ਹਿਰਦੈ ਵਿਚਾਰਾ। ਬਾਬਾ ਰਾਮਾ ਜੀ ਨੇ ਆਪਣੇ ਹਿਰਦੇ 'ਚ ਵਿਚਾਰ ਕੀਤੀ ਜੀ ਜਦੋਂ ਝਿੜਕ ਪੈ ਗਈ ਜੀ। ਮੈਂ ਨੀਕੇ ਥਲ ਥਲੀ ਸੁਧਾਰਾ। ਵੀ ਮੈਂ ਤੇ ਵਧੀਆ ਬਣਾਇਆ। ਹਾਂਜੀ, ਕਹਿਣ ਲੱਗਿਓ ਮੈਂ ਤਥਾ ਬਣਾਈ। ਕਹਿੰਦੇ ਮਹਾਰਾਜ ਮੈਂ ਉਵੇਂ ਬਣਾਇਆ ਜਿਵੇਂ ਤੁਸੀਂ ਕਿਹਾ, ਬਸ ਮੈਂ ਹੀ ਤੇ ਮਾਰਨੀ ਸੀਗੀ ਜੀ। ਹਾਂਜੀ, ਜਿਸ ਬਿਦ ਤੁਮਨੇ ਦੀਨ ਬਤਾਈ। ਜਿਵੇਂ ਦੱਸਿਆ ਉਵੇਂ ਥੜਾ ਬਣਿਆ। ਹਾਂਜੀ, ਬਨੀ ਰੁਚਕ ਬੈਠ ਬੇ ਕੇ ਜੋ। ਵੇਖੋ ਮਹਾਰਾਜ ਤੁਹਾਡੇ ਬਹਿਣ ਲਈ ਕਿੰਨਾ ਸੋਹਣਾ ਬਣਾਇਆ ਮੈਂ। ਦੇਖਤ ਰਹਿ ਸਰਾਹਨ ਲੋਗ। ਮਹਾਰਾਜ ਲੋਕਾਂ ਵੇਖਿਆ, ਲੋਕ ਕਹਿੰਦੇ ਵਧੀਆ ਬਣਿਆ, ਤੁਸੀਂ ਕਹਿੰਦੇ ਵਧੀਆ ਨਹੀਂ ਬਣਿਆ। ਮੈਂ ਕੈਸੇ ਕਰ ਦੇਹੋਂ ਟਹਾਈ। ਗੱਜ ਕੇ ਆਖੋ ਵਾਹਿਗੁਰੂ।
ਵਧੀਆ ਥੜਾ ਬਣਿਆ, ਮੈਂ ਕਿਵੇਂ ਢਾਹ ਦਿਆਂ। ਪਿਆਰਿਓ, ਗੱਲ ਥੜਾ ਬਣਾਉਣ ਦੀ ਨਹੀਂ ਸੀ, ਗੱਲ ਤੇ ਗੁਰੂ ਦੇ ਹੁਕਮ ਮੰਨਣ ਦੀ ਸੀਗੀ ਜੀ। ਆਉਂਦਾ ਨਾ ਗੁਰੂ ਤੇਗ ਬਹਾਦਰ ਸਾਹਿਬ ਦੇ ਜੀਵਨ 'ਚ ਬਚਨ, ਸਿੱਖ ਘੜਾ ਭਰ ਕੇ ਪਾਣੀ ਦਾ ਲਿਆਉਂਦਾ, ਮਹਾਰਾਜ ਕਹਿੰਦੇ ਡੋਲ ਦੇ। ਫੇਰ ਲਿਆਉਂਦਾ, ਮਹਾਰਾਜ ਕਹਿੰਦੇ ਡੋਲ ਦੇ। ਫਿਰ ਲਿਆਉਂਦਾ, ਮਹਾਰਾਜ ਕਹਿੰਦੇ ਡੋਲ ਦੇ। ਤੇ ਕਹਿਣ ਲੱਗਾ, ਮਹਾਰਾਜ ਇੰਨਾ ਪਾਣੀ ਢਲਾਈ ਜਾਂਦੇ ਹੋ। ਮਹਾਰਾਜ ਕਹਿੰਦੇ ਤੇਰਾ ਕੰਮ ਹੁਕਮ ਮੰਨਣਾ ਸੀ, ਸਲਾਹ ਦੇਣਾ ਨਹੀਂ ਸੀਗਾ ਜੀ। ਮਨ ਜੂ ਮਾਰਨਾ ਹੈ। ਬਾਬਾ ਰਾਮਾ ਜੀ ਕਹਿੰਦੇ ਮਹਾਰਾਜ ਨਹੀਂ ਨਹੀਂ ਨਹੀਂ, ਮੈਂ ਨਹੀਂ ਥੜਾ ਢਾਉਣਾ। ਇਸ ਤੇ ਆਛੀ ਕਿਆ ਬਨ ਆਈ। ਗੱਜ ਕੇ ਆਖੋ। ਕਹਿੰਦੇ ਮਹਾਰਾਜ ਇਹਦੇ ਤੋਂ ਵਧੀਆ ਮੈਂ ਦੱਸੋ ਕੀ ਬਣਾ ਦਿਆਂ, ਹੋਰ ਕੀ ਬਣਾ ਦਿਆਂ। ਤਬ ਸਤਿਗੁਰ ਨੇ ਦਈ ਢਹਾਏ। ਪਰ ਮਹਾਰਾਜ ਨੇ ਇੱਕ ਨਾ ਸੁਣੀ ਨਹੀਂ। ਮਹਾਰਾਜ ਕਹਿੰਦੇ ਢਾਹ ਦੇ। ਤੇ ਬਾਬਾ ਰਾਮਾ ਜੀ ਨੇ ਢੱਠੇ ਹੋਏ ਮਨ ਨਾਲ ਥੜਾ ਢਾਹ ਦਿੱਤਾ ਜੀ। ਮਨ ਬੜਾ ਉਦਾਸ ਹੋਇਆ ਵੀ ਮੈਂ ਮਿਹਨਤ ਕੀਤੀ ਹੈ। ਅਸਲ ਵਿੱਚ ਪਿਆਰਿਓ, ਇਹ ਗੁਰੂ ਘਰ ਹੈ, ਇੱਥੇ ਮਿਹਨਤ ਤੇ ਵੀ ਮਾਣ ਨਹੀਂ ਕਰਨਾ ਜੀ, ਵੀ ਮਿਹਨਤ ਨਾਲ ਦਾਤਾਂ ਮਿਲਦੀਆਂ ਨਹੀਂ। ਇੱਥੇ ਗੁਰੂ ਦੀ ਮਿਹਰ ਨਾਲ ਦਾਤ ਮਿਲਣੀ ਹੈ। ਹਾਂਜੀ। ਕਰੀ ਕਾਰ ਪੁੰਨ ਭਲੇ ਬਤਾਏ। ਇਸ ਪ੍ਰਕਾਰ ਕੀ ਜੈ ਸ਼ੁਭ ਥਰੀ। ਸੁਰਤ ਸੰਭਾਰੋ ਔਰ ਮਤ ਧਰੀ। ਮਹਾਰਾਜ ਨਾਲੇ ਤੇ ਥੋੜਾ ਜਿਹਾ ਬਚਨ ਕਰ ਆਏ, ਨਾਲੇ ਲਕੀਰ ਖਿੱਚ ਆਏ। ਮਹਾਰਾਜ ਕਹਿੰਦੇ ਹੁਣ ਨਹੀਂ ਗਲਤ ਹੋਣਾ ਚਾਹੀਦਾ, ਇੱਥੇ ਸਿੱਧੀ ਤਰ੍ਹਾਂ ਥੜਾ ਬਣਾਓ। ਹਾਂਜੀ। ਰਾਮਦਾਸ ਕੀ ਦਿਸ਼ ਚੱਲ ਗਏ। ਉਧਰ ਹੁਣ ਰਾਮਦਾਸ ਜੀ ਖਲੋਤੇ ਆ, ਗਲ 'ਚ ਪੱਲਾ ਪਾ ਕੇ ਥੜੇ ਦੇ ਲਾਗੇ ਖਲੋਤੇ ਆ। ਹੇਰ ਥਰੀ ਕੋ ਉਚਰਤ ਭਏ। ਮੱਥਾ ਟੇਕਿਆ ਰਾਮਦਾਸ ਜੀ ਨੇ, ਪ੍ਰੇਮੀ ਹੈ ਨਾ। ਤੇ ਮਹਾਰਾਜ ਨੇ ਥੜੀ ਵੱਲ ਵੇਖ ਕੇ ਬਚਨ ਕੀਤਾ, ਇਹ ਤੈ ਨੀਕੀ ਨਹੀਂ ਬਣਾਈ। ਮਹਾਰਾਜ ਕਹਿੰਦੇ ਨਹੀਂ ਨਹੀਂ, ਇਹ ਤੇ ਵਧੀਆ ਹੀ ਨਹੀਂ ਬਣਾਇਆ ਤੂੰ। ਮਹਾਰਾਜ ਕਹਿੰਦੇ ਬੈਠਬ ਕਾਰਨ ਹਮ ਹੋਣਾ ਭਾਈ। ਬੈਠਣ ਵਾਸਤੇ ਨਹੀਂ ਪਸੰਦ ਹੈਗਾ ਸਾਨੂੰ, ਅਸੀਂ ਨਹੀਂ ਇਹਦੇ ਤੇ ਬਹਿਣਾ। ਹਾਂਜੀ। ਕਰੋ ਬਿਦਾਰਨ ਰੱਖੋ ਨਾਹੇ। ਇਹਨੂੰ ਢਾਹ ਦੇ, ਇਹਨੂੰ ਰੱਖ ਕੇ ਕੀ ਕਰਨਾ। ਹਾਂਜੀ। ਕਹਿਓ ਨਾ ਲਖਿਓ ਤੁਮ ਹੋ ਮਨ ਮਾਹੇ। ਤੇ ਮਹਾਰਾਜ ਕਹਿੰਦੇ ਜਿਹੜੀ ਗੱਲ ਕਹੀ ਸਮਝ ਵਿੱਚ ਤੇ ਫਿਰ ਨਾ ਆਈ ਤੁਹਾਨੂੰ। ਹਾਂਜੀ। ਸੁਨ ਸਤਿਗੁਰ ਕੇ ਬਾਕਨ ਸ਼੍ਰੋਨ। ਜਦੋਂ ਮਹਾਰਾਜ ਦੇ ਬਚਨ ਰਾਮਦਾਸ ਜੀ ਨੇ ਆਪਣੇ ਕੰਨਾਂ ਰਾਹੀਂ ਸੁਣੇ, ਢਾਹਨ ਕਰੀ ਧਰੇ ਮੁਖ ਮੌਨ। ਕੁਝ ਨਹੀਂ ਬੋਲੇ ਜੀ। ਗੱਜ ਕੇ ਆਖੋ ਹੈਗੀ ਕਿ ਨਹੀਂ ਸਹਿਣਸ਼ੀਲਤਾ। ਕੁਝ ਨਹੀਂ ਬੋਲੇ, ਚੁੱਪ ਕਰਕੇ ਥੜਾ ਢਾਹ ਦਿੱਤਾ ਜੀ। ਇੱਕ ਵਾਰੀ ਨੇ ਕਿਹਾ ਮਹਾਰਾਜ ਮੈਂ ਮਿਹਨਤ ਲਾਈ ਹੈ, ਕਿਉਂਕਿ ਮਿਹਨਤ ਦਾ ਮਾਣ ਨਹੀਂ ਹੈ। ਮਹਾਰਾਜ ਮੈਂ ਤੇ ਮਿਹਨਤ ਕੀਤੀ ਹੈ। ਇੱਕ ਵਾਰੀ ਨਹੀਂ ਕਿਹਾ, ਚੁੱਪ ਕਰਕੇ ਥੜਾ ਢਾਹ ਦਿੱਤਾ। ਔਰ ਭੈ ਧਰ ਕੇ ਬੋਲਿਓ ਫੇਰ। ਫਿਰ ਡਰ ਧਾਰਿਆ ਹਿਰਦੇ 'ਚ, ਡਰ ਗਏ ਵੀ ਮੇਰੇ ਕੋਲ ਗਲਤੀ ਹੋ ਗਈ ਹੈ। ਪ੍ਰੇਮੀ ਬੰਦਾ ਡਰਦਾ ਵੀ ਰਹੇਗਾ। ਡਰ ਕੇ ਬੋਲੇ ਜੀ। ਹਾਂਜੀ। ਤੁਮਰੀ ਮਤੀ ਅਗਾਧ ਬਡੇਰ। ਹੱਥ ਜੋੜ ਕੇ ਕਹਿਣ ਲੱਗੇ ਮਹਾਰਾਜ ਤੁਹਾਡੀ ਮਤ ਬਹੁਤ ਵੱਡੀ ਹੈ, ਬਹੁਤ ਵੱਡੀ ਹੈ। ਹਮ ਮਤ ਮੰਦ ਸਕੈ ਨਹਿ ਜਾਨ। ਤੇ ਮਹਾਰਾਜ ਅਸੀਂ ਮਾੜੀ ਮਤ ਵਾਲੇ ਆ। ਗੱਜ ਕੇ ਆਖੋ। ਹੁਣ ਮਹਾਰਾਜ ਤੁਸੀਂ ਵੱਡੀ ਮਤ ਵਾਲੇ, ਅਸੀਂ ਮਾੜੀ ਮਤ ਵਾਲੇ, ਸਾਡੀ ਛੋਟੀ ਬੁੱਧੀ ਹੈ। ਤਉ ਕਿਰਪਾ ਤੁਮ ਕਰੋ ਮਹਾਨ। ਕਿੱਥੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ, ਵਾਹਿਗੁਰੂ ਗੁਰੂ ਰਾਮਦਾਸ ਸਾਹਿਬ ਕਹਿੰਦੇ ਤਉ ਕਿਰਪਾ ਤੁਮ ਕਰੋ ਮਹਾਨ। ਕਹਿੰਦੇ ਮਹਾਰਾਜ ਵੇਖੋ ਮੈਂ ਕਿੰਨਾ ਮਾੜਾ ਹਾਂ, ਤੁਸੀਂ ਮੈਨੂੰ ਗੱਲ ਸਮਝਾਉਂਦੇ ਮੈਂ ਸਮਝਦਾ ਨਹੀਂ, ਤੁਸੀਂ ਫਿਰ ਵੀ ਮੇਰੇ ਤੇ ਕਿਰਪਾ ਕਰੀ ਜਾਂਦੇ ਹੋ। ਕਿੰਨੀ ਨਿਮਰਤਾ ਜੀ। ਪਿਆਰਿਓ ਮੁੱਖ ਨਾਲ ਨਿਮਰਤਾ ਦੇ ਬੋਲ ਬੋਲਣੇ ਕੋਈ ਵੱਡੀ ਗੱਲ ਨਹੀਂ ਹੈਗੀ ਜੀ। ਚੇਤਾ ਰੱਖਿਓ ਜਿਹੜੇ ਉੱਤੋਂ ਨਿਮਰਤਾ ਦੇ ਬੋਲ ਬੋਲਦੇ ਆ, ਬਾਹਰੋਂ ਮੱਥੇ ਟੇਕ ਟੇਕ ਕੇ ਵਿਖਾਉਂਦੇ ਆ, ਸਮਾਂ ਆਉਣ ਤੇ ਉਹਨਾਂ ਦੀ ਨਿਮਰਤਾ ਭੱਜ ਜਾਂਦੀ ਜੀ। ਜਿਹੜੇ ਅੰਦਰੋਂ ਨਿਮਾਣੇ ਹੁੰਦੇ, ਅੰਦਰੋਂ ਨੀਵੇਂ ਹੁੰਦੇ ਆ ਨਾ, ਉਹਨਾਂ ਦੀ ਨਿਮਰਤਾ ਟਿਕੀ ਰਹਿੰਦੀ ਹੈ। ਜਿਨ੍ਹਾਂ ਦੀ ਨਿਮਰਤਾ ਉੱਤੋਂ ਹੈ ਨਾ, ਸਿਆਣੇ ਕਹਿੰਦੇ ਉਹ ਤਿੱਲੀ ਵਰਗੇ ਆ। ਤਿੱਲੀ ਡੱਬੀ 'ਚ ਪਈ ਹੈ, ਬੜੀ ਸ਼ਾਂਤ ਹੈ,
ਪਤਾ ਤੇ ਉਦੋਂ ਲੱਗਦਾ ਜਦੋਂ ਰਗੜੀਏ ਫਿਰ ਅੱਗ ਕੱਢਦੀ ਹੈ। ਉਤੋਂ ਨਿਮਰਤਾ ਦੇ ਬੋਲ, ਨਿਮਰਤਾ ਵਿਖਾਉਣੀ ਸਾਰਿਆਂ ਦਾ ਕੰਮ ਹੈ, ਵਿੱਚੋਂ ਗੁਰੂ ਰਾਮਦਾਸ ਜੀ ਵਰਗਾ ਕੋਈ ਹੈ। ਹਾਂਜੀ, ਬਿਸਰ ਜਾਤ ਹਮਰੀ ਮਤ ਥੋਰੀ। ਵੇਖੋ ਮਹਾਰਾਜ ਮੇਰੀ ਮਤ ਥੋੜੀ ਹੈ, ਮਹਾਰਾਜ ਮੈਨੂੰ ਭੁੱਲ ਹੀ ਜਾਂਦਾ, ਤੁਸੀਂ ਕਿਵੇਂ ਕਹਿੰਦੇ ਹੋ? ਬਖਸ਼ੋ ਖਤਾ ਆਪ ਅਬ ਮੋਰੀ। ਮਹਾਰਾਜ ਮੈਨੂੰ ਮੇਰੇ ਕੋਲੋਂ ਭੁੱਲ ਹੋ ਗਈ, ਮੇਰੀ ਭੁੱਲ ਬਖਸ਼ ਦਿਓ। ਜਿਸ ਪ੍ਰਕਾਰ ਕੀ ਦੇਹੋ ਬਤਾਏ। ਕੋਈ ਨਹੀਂ ਮਹਾਰਾਜ, ਜਿਵੇਂ ਤੁਸੀਂ ਕਹੋਗੇ। ਹਿਤਰਾਵਰ ਕੇ ਅਭੈ ਬਨਾਏ। ਮਹਾਰਾਜ ਮੈਂ ਉਵੇਂ ਹੀ ਹੁਣੇ ਹੀ ਬਣਾ ਦੇਣਾ। ਗੱਜ ਕੇ ਆਖੋ ਕਿੰਨੀ ਨਿਮਰਤਾ ਜੀ। 2 ਵਾਰੀ ਸਹੀ ਬਣਾਇਆ ਹੋਇਆ ਥੜਾ ਗੁਰੂ ਸਾਹਿਬ ਢਵਾ ਦਿੰਦੇ, ਦੋਵੇਂ ਵਾਰੀ ਕਿੰਤੂ ਨਹੀਂ ਕੀਤੀ ਜੀ। ਉਧਰ ਦੋਵੇਂ ਵਾਰੀ ਲੜਾਈ ਹੁੰਦੀ ਰਹੀ ਜੀ। ਪਿਆਰਿਓ, ਕੱਲਾ ਹੁਕਮ ਮੰਨਣਾ ਵੱਡੀ ਗੱਲ ਨਹੀਂ ਜੇ, ਹੁਕਮ ਦੋਵੇਂ ਹੀ ਮੰਨ ਰਹੇ ਹੈ। ਇੱਕ ਖੁਸ਼ ਹੋ ਕੇ ਮੰਨ ਰਿਹਾ, ਇੱਕ ਦੁਖੀ ਹੋ ਕੇ ਮੰਨ ਰਿਹਾ ਜੀ। ਇੱਕ ਆਪਣੀ ਮੱਤ ਅੱਗੇ ਰੱਖ ਕੇ ਮੰਨ ਰਿਹਾ, ਇੱਕ ਗੁਰੂ ਦੀ ਮੱਤ ਅੱਗੇ ਰੱਖ ਕੇ ਮੰਨ ਰਿਹਾ ਜੀ। ਸੁਨ ਸਤਿਗੁਰ ਨੇ ਕਰੀ ਲਕੀਰ, ਇਸ ਬਿਦਕਾਰੋ ਥਰੀ ਧਰ ਧੀਰ। ਹਾਂਜੀ, ਇਮ ਦੋਨੋਂ ਕਹੋ ਫੇਰ ਬਤਾਏ, ਮੰਦ ਮੰਦ ਗਮਨੇ ਨਿਜ ਥਾਏ। ਤੇ ਇਹ ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਦੋਵਾਂ ਨੂੰ ਫਿਰ ਲਕੀਰ ਖਿੱਚ ਕੇ ਦੇ ਦਿੱਤੀ। ਦੋਵੇਂ ਫਿਰ ਬਣਾਉਣ ਲੱਗ ਪਏ। ਆਪ ਮਹਾਰਾਜ ਆਪਣੇ ਅਸਥਾਨਾਂ ਵੱਲ ਚਲੇ ਗਏ ਜੀ। ਤੇ ਨਿਮਰਤਾ ਜਿਹੜੀ ਹੈ ਨਾ, ਹੁਣ ਇਹ ਪ੍ਰਸੰਗ ਕਥਾ ਤੁਸੀਂ ਆਪਣੀ ਜ਼ਿੰਦਗੀ 'ਚ ਬੜੀ ਵਾਰੀ ਸੁਣ ਲਈ ਹੋਏਗੀ ਜੀ, ਪਰ ਇੱਕ ਗੱਲ ਚੇਤਾ ਰੱਖਿਓ, ਮਹਾਰਾਜ ਨੂੰ ਅਰਦਾਸ ਕਰਿਓ, ਮਹਾਰਾਜ ਗੁਰੂ ਰਾਮਦਾਸ ਜੀ ਵਰਗੀ ਨਿਮਰਤਾ ਸਾਡੇ ਜੀਵਨ ਵਿੱਚ ਆਵੇ। ਐਵੇਂ ਹੀ ਬੰਦਾ ਹੰਕਾਰ ਦੀਆਂ ਪੰਡਾਂ ਚੁੱਕੀ ਫਿਰਦਾ ਸਿਰ ਤੇ ਜੀ। ਅੱਛਾ ਕਹਿੰਦਾ ਮੈਂ ਨਿਮਰਤਾ ਵਾਲਾ ਹਾਂ, ਪਰ ਹੁੰਦੀ ਹੰਕਾਰ ਦੀ ਪੰਡ ਹੀ ਹੈ ਜੀ। ਇਹ ਤੇ ਮੌਕਾ ਆਉਣ ਤੇ ਪਤਾ ਲੱਗਦਾ ਪਿਆਰਿਓ, ਕਿਹਦੇ ਵਿੱਚ ਨਿਮਰਤਾ ਤੇ ਕਿਹਦੇ 'ਚ ਹਉਮੈ ਹੈ। ਆ ਮੌਕਾ ਲੱਗ ਰਿਹਾ ਨਾ, ਛਾਨਣੀ ਲੱਗ ਰਹੀ ਹੈ। ਇੱਕ ਕਲਪ ਰਿਹਾ, ਇੱਕ ਬਣਾ ਰਿਹਾ ਜੀ। ਸੋ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ। ਅਰਦਾਸ ਕਰਿਓ, ਮਹਾਰਾਜ ਸਾਨੂੰ ਵੈਸੇ ਹੀ ਬਖਸ਼ ਲਿਓ, ਸਾਡੀ ਨਾ ਪ੍ਰੀਖਿਆ ਲਿਓ। ਮਹਾਰਾਜ ਅਸੀਂ ਕੁਝ ਨਹੀਂ ਜਾਣਦੇ, ਸਾਡੀ ਮੱਤ ਬੜੀ ਥੋੜੀ ਹੈ। ਕਹੋ ਮਹਾਰਾਜ ਨੂੰ, ਮਹਾਰਾਜ ਸਾਡੀ ਮੱਤ ਥੋੜੀ ਹੈ। ਗੱਜ ਕੇ ਆਖੋ ਵਾਹਿਗੁਰੂ। ਤੂੰ ਸਮਰੱਥ ਵੱਡਾ, ਮੇਰੀ ਮੱਤ ਥੋੜੀ ਰਾਮ। ਹੁਣ ਇਹ ਗੱਲਾਂ ਵਾਸਤੇ ਹੀ ਹੈ ਜੀ, ਇਹ ਪੰਕਤੀ ਗੱਲਾਂ ਵਾਸਤੇ ਹੀ ਹੈ? ਨਹੀਂ, ਇਹ ਆਪਣੀ ਮੱਤ ਨੀਵੀਂ ਕਰਨ ਵਾਸਤੇ ਹੈ। ਮਹਾਰਾਜ ਬਾਣੀ 'ਚ ਕਹਿੰਦੇ ਕਛੂ ਨਾ ਜਾਨਾ, ਮੱਤ ਮੇਰੀ ਥੋੜੀ। ਮਹਾਰਾਜ ਮੈਨੂੰ ਆਉਂਦਾ ਨਹੀਂ ਕੁਝ, ਮੇਰੀ ਮੱਤ ਥੋੜੀ ਹੈ। ਸਾਰੇ ਝਗੜੇ ਹੀ ਮੁੱਕ ਜਾਣ ਜੀ ਜਦੋਂ ਮੱਤ ਥੋੜੀ ਬੰਦਾ ਸਮਝ ਲੇ। ਵੱਡੀ ਮੱਤ ਕਿਹਦੀ ਹੈ? ਗੁਰੂ ਜੀ ਦੀ ਵੱਡੀ ਹੈ। ਕਛੂ ਨ ਜਾਨਾ, ਮਤ ਮੇਰੀ ਥੋਰੀ। ਕਛੂ ਨ ਜਾਨਾ, ਮਤ ਮੇਰੀ ਥੋਰੀ। ਅੰਦਰੋਂ ਮਹਾਰਾਜ ਨੂੰ ਅਰਦਾਸ ਕਰਕੇ ਕਹੋ, ਕਛੂ ਨ ਜਾਨਾ, ਮਤ ਮੇਰੀ ਥੋਰੀ। 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 ਕਛੂ ਨ ਜਾਨਾ,
ਮਤ ਮੇਰੀ ਥੋਰੀ। ਕਛੂ ਨ ਜਾਨਾ 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 ਮਤ ਮੇਰੀ ਥੋਰੀ। ਥੋੜੀ ਹੈ ਮਤ, ਤਾਈਓ ਕਾਮ ਕ੍ਰੋਧ ਚ ਫਸਦੇ ਆ। ਜੇ ਮਤ ਪੂਰੀ ਹੋਵੇ, ਮਹਾਰਾਜ ਬਾਣੀ ਚ ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ, ਦਰਸ਼ਨ ਪੇਖਤ ਉਦਰਤ ਸ੍ਰਿਸ਼ਟ। ਜਿਨ੍ਹਾਂ ਦੀ ਮਤ ਪੂਰੀ ਹੋਵੇ ਜੀ, ਪੂਰੀ ਮਤ ਵਾਲੇ ਨਾਮ ਜਪਦੇ ਆ, ਗੱਜ ਕੇ ਆਖੋ, ਉਹਨਾਂ ਦੀ ਦ੍ਰਿਸ਼ਟੀ 'ਚ ਅੰਮ੍ਰਿਤ ਵਰਸਦਾ ਜੀ। ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ, ਉਹਨਾਂ ਦੇ ਦਰਸ਼ਨ ਕੀਤਿਆਂ ਕੀ ਹੁੰਦਾ ਜੀ? ਦਰਸ਼ਨ ਭੇਖਤ ਉਦਰਤ ਸ੍ਰਿਸ਼ਟ। ਉਦਰਤ ਸ੍ਰਿਸ਼ਟ। ਸੋ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਪੂਰੀ ਮੱਤ ਹੋਵੇ ਤਾਂ ਹੀ ਨਾਮ ਨਾ ਜਪੀਏ ਅੱਠੇ ਪੈਰ ਦੀ। ਥੋੜੀ ਮੱਤ ਹੈ, ਕਾਮ ਕ੍ਰੋਧ ਚ ਫਸ ਜਾਂਦੇ ਆ। ਤੇ ਮਹਾਰਾਜ ਤੁਸੀਂ ਬਖਸ਼ ਲਿਓ ਸਾਨੂੰ। ਆ ਪੰਗਤੀ ਪੜੋ ਫਿਰ ਖਿਮਾ ਮੰਗੀਏ। ਕਛੂ ਨ ਜਾਨਾ ਮਤ ਮੇਰੀ ਥੋਰੀ। ਕਛੂ ਨ ਜਾਨਾ ਮਤ ਮੇਰੀ ਥੋਰੀ। ਕਛੂ ਨ ਜਾਨਾ ਮਤ ਮੇਰੀ ਥੋਰੀ। ਸੱਚੇ ਪਾਤਸ਼ਾਹ ਕਿਰਪਾ ਕਰਨ, ਬਖਸ਼ਿਸ਼ਾਂ ਕਰਨ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਪਿਆਰ ਸਤਿਕਾਰ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।